ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ PS ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ SST ਦੀ ਤਿਆਰੀ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਹਿਸਟਰੀ ਚੂਜ਼ ਕੀਤਾ ਜੀ, PS ਦੀ CTET ਦੀ ਤਿਆਰੀ ਕਰ ਰਹੇ ਵਿਦਿਆਰਥੀ ਔਰ ਹਿਸਟਰੀ ਲੈਕਚਰਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਜੀ ਦਾ ਕ੍ਰੀਏਸ਼ਨ ਆਫ ਐਨ ਅੰਪਾਇਰ। ਮੁਗਲ ਅੰਪਾਇਰ ਦੇ ਨਾਲ ਰਿਲੇਟਡ, ਮੁਗਲ ਸਾਮਰਾਜ ਦੇ ਨਾਲ ਰਿਲੇਟਡ ਇੰਪੋਰਟੈਂਟ 100 MCQs ਡਿਸਕਸ ਕਰਾਂਗੇ, ਜਿਸ ਦੇ ਨਾਲ ਟੋਟਲ ਜਿੰਨੇ ਵੀ ਮੁਗਲ ਸਮਰਾਟ ਹੋਏ ਨੇ ਉਹਨਾਂ ਨਾਲ ਸੰਬੰਧਿਤ ਇੰਪੋਰਟੈਂਟ ਕੁਐਸਚਨ, ਮੁਗਲ ਸ਼ਾਸਨ ਪ੍ਰਣਾਲੀ ਨਾਲ ਸੰਬੰਧਿਤ ਇੰਪੋਰਟੈਂਟ ਜਿਹੜੇ ਕੁਐਸਚਨ ਨੇ ਉਹ ਆਪਣੇ ਹੋ ਜਾਣਗੇ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਲੈਣਾ। ਇਸ ਤੋਂ ਪਹਿਲਾਂ ਜਿਹੜੀਆਂ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ, ਜਿਸ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਤਿਆਰੀ ਆ ਉਹ ਕਰ ਸਕਦੇ ਹੋ ਜੀ। ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਸੋ ਮੁਗਲ ਸਾਮਰਾਜ ਦੀ ਨੀਂਹ ਜਿਹੜੀ ਆਪਾਂ ਨੂੰ ਪਤਾ ਕਿ ਲੋਧੀ ਵੰਸ਼ ਦਾ ਅੰਤ ਕਰਕੇ ਬਾਬਰ ਨੇ ਰੱਖੀ ਸੀ। ਸੋ ਸਭ ਤੋਂ ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈ ਜੀ ਬਾਬਰ ਕਿਸ ਦੇ ਸੱਦੇ ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਜੀ। ਸਹੀ ਆਨਸਰ ਹੈ ਜੀ ਆਪਸ਼ਨ ਏ, ਦੌਲਤ ਖਾਂ ਲੋਧੀ ਦੇ ਸੱਦੇ ਤੇ ਜੀ। ਸੋ ਬਾਬਰ ਨੇ ਭਾਰਤ 'ਤੇ ਜਿਹੜਾ ਚੌਥਾ ਹਮਲਾ ਕੀਤਾ ਸੀ ਜੀ 1524 ਈਸਵੀ ਤੇ ਵਿੱਚ, ਉਹ ਦੌਲਤ ਖਾਂ ਲੋਧੀ ਦੇ ਬੁਲਾਵੇ 'ਤੇ ਕੀਤਾ ਸੀ ਜੀ। ਸੋ ਦੌਲਤ ਖਾਂ ਲੋਧੀ ਜਿਹੜਾ ਹੈ ਉਸ ਦੇ ਪੁੱਤਰ ਦੇ ਨਾਲ ਇਬਰਾਹਿਮ ਲੋਧੀ ਨੇ ਬੁਰਾ ਸਲੂਕ ਕੀਤਾ ਸੀ, ਇਸ ਕਰਕੇ ਉਹ ਬਦਲਾ ਲੈਣਾ ਚਾਹੁੰਦਾ ਸੀ ਔਰ ਸੂਬੇਦਾਰ ਸੀ ਜੀ ਦੌਲਤ ਖਾਂ ਲੋਧੀ ਪੰਜਾਬ ਦਾ। ਨੈਕਸਟ ਹੈ ਜੀ ਕੁਐਸਚਨ ਨੰਬਰ 2, ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ। ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ ਬੀ ਜੀ। 21 ਅਪ੍ਰੈਲ 1526 ਈਸਵੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਜੀ ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ, ਔਰ ਇਸ ਲੜਾਈ ਦੇ ਦੌਰਾਨ ਇੱਕ ਵੰਸ਼ ਦਾ ਅੰਤ ਹੋਇਆ ਸੀ, ਯਾਨੀ ਲੋਧੀ ਵੰਸ਼ ਦਾ ਅੰਤ ਹੋਇਆ ਸੀ ਤੇ ਇੱਕ ਨਵੇਂ ਵੰਸ਼ ਦੀ ਨੀਂਹ ਰੱਖੀ ਗਈ ਸੀ। ਮੁਗਲ ਵੰਸ਼ ਦੀ ਜਿਹੜੀ ਨੀਂਹ ਹੈ ਉਹ ਰੱਖੀ ਗਈ ਸੀ ਜੀ। ਕੁਐਸਚਨ ਨੰਬਰ 3 ਹੈ ਜੀ ਬਾਬਰ ਦਾ ਅਸਲੀ ਨਾਮ ਜਿਹੜਾ ਕੀ ਸੀ ਜੀ। ਸੋ ਬਾਬਰ ਦਾ ਜਿਹੜਾ ਅਸਲੀ ਨਾਮ ਸੀ ਜੀ ਉਹ ਸੀ ਜੀ ਜਹੀਰੁਦੀਨ ਮੁਹੰਮਦ। ਆਪਸ਼ਨ ਏ ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ, ਜਹੀਰੁਦੀਨ ਮੁਹੰਮਦ ਨਾਮ ਸੀ ਔਰ 14 ਫਰਵਰੀ 1483 ਈਸਵੀ ਨੂੰ ਉਸਦਾ ਜਿਹੜਾ ਜਨਮ ਹੈ ਉਹ ਹੋਇਆ ਸੀ ਜੀ। ਔਰ ਜੇਕਰ ਪੁੱਛਿਆ ਜਾਏ ਕਿ ਕਿੱਥੇ ਹੋਇਆ ਸੀ ਤਾਂ ਫਰਗਾਨਾ ਦੀ ਰਾਜਧਾਨੀ ਅੰਦੀਜਾਨ ਜੀ, ਐੜੇ ਨੂੰ ਟਿੱਪੀ ਦੱਦੇ ਨੂੰ ਬਿਹਾਰੀ ਜੀ, ਅੰਦੀਜਾਨ ਫਰਗਾਨਾ ਦੀ ਰਾਜਧਾਨੀ ਸੀ ਜੀ, ਉੱਥੇ ਹੋਇਆ ਸੀ ਜੀ। ਪਿਤਾ ਦੀ ਤਰਫੋਂ ਬਾਬਰ ਦਾ ਸੰਬੰਧ ਕਿਸ ਵੰਸ਼ ਨਾਲ ਸੀ ਜੀ। ਸੋ ਬਾਬਰ ਦੀਆਂ ਰਗਾਂ ਦੇ ਵਿੱਚ ਦੋ ਮਹਾਨ ਵੰਸ਼ਾਂ ਦਾ ਖੂਨ ਦੌੜਦਾ ਸੀ ਜੀ, ਮੰਗੋਲ ਤੇ ਤੈਮੂਰ ਵੰਸ਼ ਦਾ ਜੀ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਮੁਗਲਾਂ ਦਾ ਖੂਨ ਕਿਹੜੀਆਂ ਦੋ ਮਹਾਨ ਜਿਹੜਾ ਹੈ ਯੋਧਿਆਂ ਦਾ ਖੂਨ ਸੀ, ਤੈਮੂਰ ਤੇ ਯਾਨੀ ਕਿ ਮੰਗੋਲਾਂ ਦਾ ਖੂਨ ਸੀ ਜੀ। ਪਿਤਾ ਦੀ ਤਰਫੋਂ ਜਿਹੜਾ ਹੈ ਉਹ ਸੀ ਜੀ ਆਪਸ਼ਨ ਬੀ ਸਹੀ ਆਨਸਰ ਹੈ, ਤੈਮੂਰ। ਸੋ ਤੈਮੂਰ, ਬਾਬਰ ਦਾ ਪਿਤਾ ਦਾ ਨਾਂ ਸੀ ਉਮਰ ਸ਼ੇਖ ਜੀ। ਉਮਰ ਸ਼ੇਖ ਜਿਹੜਾ ਮਿਰਜ਼ਾ ਪੂਰਾ ਨਾਮ ਸੀ, ਫਰਗਾਨਾ ਦਾ ਹਾਕਮ ਸੀ ਔਰ ਉਹ ਅਮੀਰ ਤੈਮੂਰ ਦੇ ਵੰਸ਼ ਨਾਲ ਸੰਬੰਧ ਰੱਖਦਾ ਸੀ ਔਰ ਉਸਦੀ ਮਾਤਾ ਦਾ ਨਾਮ ਜਿਹੜਾ ਬਾਬਰ ਜੀ ਦਾ ਉਹ ਸੀ ਕੁਤਲੁਗ ਨਿਗਾਰ ਖਾਨਮ ਜੀ, ਜਿਹੜੀ ਕਿ ਮੰਗੋਲ ਨੇਤਾ ਚੰਗੇਜ਼ ਖਾਂ ਦੇ ਵੰਸ਼ ਵਿੱਚੋਂ ਸੀ। ਸੋ ਇਸ ਤਰ੍ਹਾਂ ਬਾਬਰ ਦੇ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆਂ ਦਾ ਖੂਨ ਦੌੜਦਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5, ਬਾਬਰ ਨੇ ਰਾਣਾ ਸਾਂਗਾ ਨੂੰ ਕਨਵਾਹਾ ਦੀ ਲੜਾਈ ਵਿੱਚ ਕਦੋਂ ਹਰਾਇਆ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, 1527 ਈਸਵੀ ਦੇ ਵਿੱਚ। 17 ਮਾਰਚ 1527 ਈਸਵੀ ਨੂੰ ਬਾਬਰ ਨੇ ਰਾਣਾ ਸਾਂਗਾ ਨੂੰ ਹਰਾਇਆ ਸੀ ਜੀ। ਮੈਵਾੜ ਦਾ ਸ਼ਾਸਕ ਸੀ। ਜੇਕਰ ਪੁੱਛਿਆ ਜਾਏ ਰਾਣਾ ਸਾਂਗਾ ਕੌਣ ਸੀ ਤਾਂ ਮੈਵਾੜ ਦਾ ਸ਼ਾਸਕ ਸੀ ਜੀ ਰਾਣਾ ਸਾਂਗਾ। ਕੁਐਸਚਨ ਨੰਬਰ 6 ਜੀ ਘਾਗਰਾ ਦੀ ਲੜਾਈ ਕਦੋਂ ਹੋਈ। ਘਾਗਰਾ ਦੀ ਲੜਾਈ ਹੋਈ ਸੀ ਜੀ ਆਪਸ਼ਨ ਏ ਸਹੀ ਆਨਸਰ ਹੈ ਜੀ, 1529 ਈਸਵੀ ਦੇ ਵਿੱਚ ਹੋਈ ਸੀ ਅਫਗਾਨਾਂ ਤੇ ਬਾਬਰ ਦੇ ਵਿਚਕਾਰ ਜੀ। ਇਸ ਲੜਾਈ ਦੇ ਵਿੱਚ ਬਾਬਰ ਨੇ ਅਫਗਾਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਕੁਐਸਚਨ ਨੰਬਰ 7 ਹੈ ਜੀ ਚੰਦੇਰੀ ਦੀ ਲੜਾਈ ਕਦੋਂ ਹੋਈ। ਚੰਦੇਰੀ ਦੀ ਲੜਾਈ ਵੀ ਕਾਫੀ ਇੰਪੋਰਟੈਂਟ ਹੈ ਜੀ ਔਰ ਇਹ ਹੋਈ ਸੀ ਜੀ ਆਪਸ਼ਨ ਸੀ ਸਹੀ ਹੈ ਜੀ, 1528 ਈਸਵੀ ਦੇ ਵਿੱਚ ਜੀ। ਜਨਵਰੀ 1528 ਦੇ ਵਿੱਚ ਹੋਈ ਸੀ ਬਾਬਰ ਤੇ ਰਾਜਪੂਤਾਂ ਦੇ ਵਿੱਚ ਜੀ ਔਰ ਇਸ ਦੇ ਵਿੱਚ ਬਾਬਰ ਨੇ ਰਾਜਪੂਤਾਂ ਨੂੰ ਹਰਾਇਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8, ਬਾਬਰ ਨੇ ਭਾਰਤ 'ਤੇ ਪਹਿਲਾ ਹਮਲਾ ਕਿਸ ਸਾਲ ਕੀਤਾ ਸੀ ਜੀ। ਇਸ ਦਾ ਆਨਸਰ ਹੈ ਜੀ ਆਪਸ਼ਨ ਸੀ
ਪਹਿਲਾ ਹਮਲਾ ਬਾਬਰ ਨੇ ਕੀਤਾ ਸੀ 1519 ਈਸਵੀ ਦੇ ਵਿੱਚ ਜੀ, ਔਰ ਇਸ ਦੇ ਵਿੱਚ ਉਸਨੇ ਪਹਿਲਾਂ ਖਰੂਦੀ ਜਾਤੀ ਯੂਸਫ ਜਾਈ ਨੂੰ ਹਰਾਇਆ, ਫਿਰ ਉਸ ਤੋਂ ਬਾਅਦ ਬਜੌਰ ਨੂੰ ਜਿੱਤਿਆ, ਉਸ 'ਤੇ ਅਧਿਕਾਰ ਕੀਤਾ ਅਤੇ 3000 ਲੋਕਾਂ ਦਾ ਉਹਨੇ ਇੱਥੇ ਕਤਲ ਕੀਤਾ ਸੀ ਜੀ ਬਜੌਰ ਦੇ ਵਿੱਚ। ਫਿਰ ਜੇਹਲਮ ਦਰਿਆ ਦੇ ਕੰਢੇ 'ਤੇ ਆ ਕੇ ਭੇਰਾ ਨਾਮੀ ਸ਼ਹਿਰ ਵੱਲ ਵਧਿਆ ਅਤੇ ਇਸ ਨੂੰ ਵੀ ਜਲਦੀ ਆਪਣੇ ਅਧਿਕਾਰ 'ਚ ਲੈ ਲਿਆ। ਫਿਰ ਇੱਥੋਂ ਉਸਨੇ ਮੁੱਲਾ ਮੁਰਸ਼ਦ ਨੂੰ ਜਿਹੜਾ ਅੱਗੇ ਭੇਜਿਆ ਸੀ ਜੀ, ਮੁੱਲਾ ਮੁਰਸ਼ਦ ਨੂੰ ਰਾਜਦੂਤ ਬਣਾ ਕੇ ਜਿਹੜਾ ਦਿੱਲੀ ਦੇ ਵੱਲ ਭੇਜਿਆ ਸੀ, ਜਿੱਥੇ ਉਸਨੇ ਇਬਰਾਹਿਮ ਲੋਧੀ ਨਾਲ ਗੱਲਬਾਤ ਕਰਨੀ ਸੀ ਕਿ ਜਿਹੜੇ ਭਾਰਤ ਦੇ ਉੱਤਰ ਪੱਛਮੀ ਪ੍ਰਦੇਸ਼ ਨੇ ਉਹ ਬਾਬਰ ਨੂੰ ਦੇ ਦਿੱਤੇ ਜਾਣ, ਕਿਉਂਕਿ ਬਾਬਰ ਦੇ ਵਡੇਰੇ ਤੈਮੂਰ ਨੇ ਇਹ ਜਿੱਤੇ ਸਨ ਜੀ। ਔਰ ਮੁੱਲਾ ਮੁਰਸ਼ਦ ਨੇ ਦੌਲਤ ਖਾਂ ਲੋਧੀ ਨੂੰ ਜਿਹੜਾ ਹੈ ਦੌਲਤ ਖਾਂ ਲੋਧੀ ਨੇ ਪੰਜਾਬ ਦੇ ਵਿੱਚ ਹੀ ਰੋਕ ਲਿਆ ਸੀ, ਔਰ ਬਾਬਰ ਭੇਰਾ ਵਿਖੇ ਹਿੰਦੂ ਬੇਗ ਨਾਮਕ ਸੈਨਿਕ ਅਧਿਕਾਰੀਆਂ ਨੂੰ ਛੱਡ ਕੇ ਆਪ ਕਾਬਲ ਜਿਹੜਾ ਵਰਤ ਗਿਆ ਸੀ, ਔਰ ਇੱਥੇ ਜਿਹੜਾ ਪਹਿਲਾ ਹਮਲਾ ਉਹਦਾ ਖਤਮ ਹੋ ਗਿਆ ਸੀ। ਅੱਗੇ ਹੈ ਜੀ ਕੁਐਸਚਨ ਨੰਬਰ 9, ਬਾਬਰ ਨੇ ਆਪਣੀ ਆਤਮ ਕਥਾ ਬਾਬਰਨਾਮਾ ਜਾਂ ਤੁਜਕੇ ਬਾਬਰੀ ਕਿਸ ਭਾਸ਼ਾ ਦੇ ਵਿੱਚ ਲਿਖੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਤੁਰਕੀ ਭਾਸ਼ਾ ਦੇ ਵਿੱਚ ਲਿਖੀ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 10, ਬਾਬਰ ਤੋਂ ਬਾਅਦ ਗੱਦੀ 'ਤੇ ਕੌਣ ਬੈਠਾ? ਤਾਂ ਬਾਬਰ ਤੋਂ ਬਾਅਦ ਉਸਦਾ ਪੁੱਤਰ ਜਿਹੜਾ ਹਮਾਯੂ ਹੈ ਉਹ ਗੱਦੀ 'ਤੇ ਬੈਠਾ ਸੀ ਜੀ, ਆਪਸ਼ਨ ਬੀ ਸਹੀ ਆਨਸਰ ਹੈ 1530 ਈਸਵੀ ਦੇ ਵਿੱਚ। ਚੌਸਾ ਦਾ ਯੁੱਧ ਕਦੋਂ ਹੋਇਆ ਜੀ? ਚੌਸਾ ਦਾ ਜਿਹੜਾ ਯੁੱਧ ਹੈ ਇਹ ਹੋਇਆ ਸੀ ਜੀ, ਆਪਸ਼ਨ ਬੀ ਸਹੀ ਹੈ 1539 ਈਸਵੀ ਦੇ ਵਿੱਚ ਹੋਇਆ ਸੀ ਜੀ, ਸ਼ੇਰ ਖਾਂ ਅਤੇ ਹਮਾਯੂ ਦੇ ਵਿੱਚ ਜੀ। ਔਰ ਇਸ ਦੇ ਵਿੱਚ ਜਿਹੜੀ ਹੈ ਸ਼ੇਰ ਖਾਂ ਦੀ ਜਿੱਤ ਹੋਈ ਸੀ ਜੀ, ਔਰ ਉਸਨੇ ਸ਼ੇਰ ਸ਼ਾਹ ਦੀ ਉਪਾਧੀ ਧਾਰਨ ਕੀਤੀ ਸੀ, ਜਾਂ ਕਹਿ ਸਕਦੇ ਹਾਂ ਕਿ ਇਸ ਤੋਂ ਬਾਅਦ ਜਿਹੜਾ ਉਹ ਸ਼ੇਰ ਸ਼ਾਹ ਕਹਿਲਾਉਣ ਲੱਗਾ ਸੀ, ਔਰ ਉਸਨੇ ਸ਼ਾਹ ਆਲਮ ਭਾਰਤ ਸੰਸਾਰ ਦਾ ਸਮਰਾਟ ਦੀ ਉਪਾਧੀ ਵੀ ਧਾਰਨ ਕੀਤੀ ਸੀ ਜੀ। ਔਰ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਉਹਦਾ ਜਿਹੜਾ ਅਸਲ ਨਾਮ ਸੀ ਫਰੀਦ ਖਾਂ ਸੀ ਜੀ। ਫਰੀਦ ਖਾਂ ਨੇ ਇੱਕ ਸ਼ੇਰ ਨੂੰ ਮਾਰਨ ਪਿੱਛੋਂ ਜਿਹੜਾ ਹੈ ਉਸਨੂੰ ਸ਼ੇਰ ਦੀ ਉਪਾਧੀ ਜਿਹੜੀ ਹੈ ਮਿਲੀ ਸੀ ਜੀ। ਕਈ ਵਾਰੀ ਕੁਐਸਚਨ ਆਉਂਦਾ ਹੈ ਕਿ ਸ਼ੇਰ ਸ਼ਾਹ ਸੂਰੀ ਦਾ ਮੁੱਢਲਾ ਨਾਮ ਕੀ ਸੀ? ਤਾਂ ਉਸਦਾ ਮੁੱਢਲਾ ਨਾਮ ਜਿਹੜਾ ਉਹ ਫਰੀਦ ਖਾਂ ਸੀ ਜੀ, ਫਰੀਦ ਖਾਂ। ਇੰਪੋਰਟੈਂਟ ਕੁਐਸਚਨ ਹੈ ਵੀ। ਨੈਕਸਟ ਹੈ ਜੀ ਸ਼ੇਰ ਸ਼ਾਹ ਸੂਰੀ ਦਾ ਅਸਲ ਨਾਮ ਕੀ ਸੀ? ਆਪਾਂ ਡਿਸਕਸ ਕਰ ਹੀ ਲਿਆ ਜੀ, ਆਪਸ਼ਨ ਸੀ ਫਰੀਦ ਖਾਂ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 13, ਸ਼ੇਰ ਸ਼ਾਹ ਸੂਰੀ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਜੀ? ਸਹੀ ਆਨਸਰ ਆਏਗਾ ਆਪਸ਼ਨ ਸੀ ਜੀ। ਸੋ ਉਸਨੇ ਜਿਹੜਾ ਹੈ 1540 ਤੋਂ ਲੈ ਕੇ 1545 ਈਸਵੀ ਤੱਕ ਰਾਜ ਕੀਤਾ, ਔਰ ਆਪਣੇ ਜਿਹੜਾ ਹੈ 66 ਪ੍ਰਾਂਤਾਂ ਦੇ ਵਿੱਚ ਆਪਣੇ ਰਾਜ ਨੂੰ ਵੰਡਿਆ ਹੋਇਆ ਸੀ ਜੀ। ਕੁਐਸਚਨ ਨੰਬਰ 14 ਜੀ, ਹਮਾਯੂ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸ਼ਾਹ ਨੂੰ ਕਦੋਂ ਹਰਾ ਕੇ ਦਿੱਲੀ 'ਤੇ ਦੁਬਾਰਾ ਕਬਜ਼ਾ ਕੀਤਾ ਜੀ? ਸਹੀ ਆਨਸਰ ਇਸ ਦਾ ਆਏਗਾ ਜੀ ਆਪਸ਼ਨ ਏ ਜੀ। 1555 ਈਸਵੀ ਦੇ ਵਿੱਚ ਜਿਹੜਾ ਹੈ ਹਮਾਯੂ ਨੇ ਦੁਬਾਰਾ ਦਿੱਲੀ 'ਤੇ ਕਬਜ਼ਾ ਕਰ ਲਿਆ ਸੀ। ਹਰਾਇਆ ਕਿਸ ਨੂੰ ਸੀ? ਸਿਕੰਦਰ ਸ਼ਾਹ ਨੂੰ, ਜੋ ਕਿ ਸ਼ੇਰ ਸ਼ਾਹ ਸੂਰੀ ਦਾ ਉੱਤਰਾਧਿਕਾਰੀ ਸੀ। ਔਰ 1556 ਈਸਵੀ ਦੇ ਵਿੱਚ ਹਮਾਯੂ ਦੀ ਮੌਤ ਹੋ ਗਈ ਸੀ ਜੀ। ਔਰ ਹਮਾਯੂ ਬਾਰੇ ਇੱਕ ਗੱਲ ਜਿਹੜੀ ਪ੍ਰਸਿੱਧ ਹੈ ਕਿ ਲੜ ਖੜਾਉਂਦੇ ਹੋਏ ਹੀ ਉਸਨੇ ਜੀਵਨ ਬਤੀਤ ਕੀਤਾ, ਔਰ ਲੜ ਖੜਾਉਂਦਾ ਹੋਇਆ ਹੀ ਜਿਹੜਾ ਉਸਦੀ ਮੌਤ ਹੋ ਗਈ ਜੀ। ਸੋ ਉਸਦੀ ਜਿਹੜੀ ਮੌਤ ਹੋਈ ਸੀ ਇੱਕ ਪੌੜੀਆਂ ਤੋਂ ਡਿੱਗਣ ਕਰਕੇ ਹੋਈ ਸੀ, ਇਸ ਕਰਕੇ ਉਹਦੇ ਨਾਲ ਇਹ ਜਿਹੜੀ ਜੋੜੀ ਜਾਂਦੀ ਹੈ ਗੱਲ। ਕਈ ਵਾਰੀ ਆ ਜਾਂਦਾ ਕਿ ਕਿਸ ਸ਼ਾਸਕ ਦਾ ਜੀਵਨ ਵੀ ਲੜ ਖੜਾਉਂਦੇ ਹੋਏ ਬੀਤਿਆ ਅਤੇ ਮੌਤ ਵੀ ਲੜ ਖੜਾਉਂਦੇ ਹੋਈ, ਤਾਂ ਉਹ ਹਮਾਯੂ ਸੀ ਜੀ। ਨੈਕਸਟ ਹੈ ਜੀ ਅਕਬਰ ਦਾ ਜਨਮ ਕਦੋਂ ਹੋਇਆ? ਸਹੀ ਇਸ ਦਾ ਆਨਸਰ ਆਏਗਾ ਜੀ ਆਪਸ਼ਨ ਬੀ ਜੀ। 1542 ਈਸਵੀ ਦੇ ਵਿੱਚ ਅਕਬਰ ਦਾ ਜਨਮ ਹੋਇਆ ਸੀ ਅਮਰਕੋਟ 'ਚ ਜੀ, ਔਰ ਉਹਦੇ ਪਿਤਾ ਦਾ ਨਾਂ ਹਮਾਯੂ ਸੀ ਔਰ ਮਾਤਾ ਦਾ ਨਾਂ ਹਮੀਦਾ ਬਾਨੋ ਸੀ ਜੀ। ਕੁਐਸਚਨ ਨੰਬਰ 16 ਜੀ, ਅਕਬਰ ਦੀ ਤਾਜਪੋਸ਼ੀ ਕਦੋਂ ਹੋਈ? ਸਹੀ ਇਸ ਦਾ ਆਨਸਰ ਹੈ ਜੀ ਆਪਸ਼ਨ ਏ ਜੀ। 14 ਫਰਵਰੀ 1556 ਈਸਵੀ ਨੂੰ ਤਾਜਪੋਸ਼ੀ ਹੋਈ ਸੀ ਜੀ। ਕਲਾਨੌਰ ਗੁਰਦਾਸਪੁਰ ਦੇ ਨੇੜੇ ਹੈ ਜੀ, ਔਰ ਉਸ ਸਮੇਂ ਜਿਹੜੀ ਉਮਰ ਦੱਸੀ ਜਾਂਦੀ ਹੈ ਉਹ ਅਕਬਰ ਦੀ 13 ਸਾਲ ਸੀ ਜੀ। ਅਗਲਾ ਕੁਐਸਚਨ ਹੈ ਜੀ, ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ? ਸਹੀ ਆਨਸਰ ਹੈ ਜੀ ਇਸ ਦਾ ਆਪਸ਼ਨ ਬੀ ਜੀ। 1556 ਈਸਵੀ ਦੇ ਵਿੱਚ ਪਾਣੀਪਤ ਦੀ ਦੂਜੀ ਮਹੱਤਵਪੂਰਨ ਲੜਾਈ ਹੋਈ ਜੀ, ਜੋ ਕਿ ਅਕਬਰ ਅਤੇ ਅਫਗਾਨਾਂ ਦੇ ਵਿਚਕਾਰ ਹੋਈ ਸੀ ਜੀ। ਔਰ ਹੇਮੂ ਜਿਹੜਾ ਹੈ ਪ੍ਰਸਿੱਧ ਸ਼ਾਸਕ ਸੀ ਜੀ,
ਜਿਸ ਨੂੰ ਹਰਾਇਆ ਸੀ ਜੀ ਅਕਬਰ ਨੇ। ਕੁਐਸਚਨ ਨੰਬਰ ਅੱਗੇ 18 ਜੀ, ਮੁਗਲ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਕਦੋਂ ਤੋਂ ਕਦੋਂ ਤੱਕ ਬੈਰਮ ਖਾਂ ਦੇ ਹੱਥਾਂ ਦੇ ਵਿੱਚ ਰਹੀਆਂ ਜੀ। ਆਪਾਂ ਡਿਸਕਸ ਕਰ ਚੁੱਕੇ 13 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਨਾਬਾਲਗ ਸੀ ਅਕਬਰ ਉਸ ਸਮੇਂ, ਔਰ ਬੈਰਮ ਖਾਂ ਦੀ ਸਰਪ੍ਰਸਤੀ ਦੇ ਹੇਠ ਰਿਹਾ ਜੀ ਪਹਿਲਾਂ। ਕਦੋਂ ਤੋਂ ਕਦੋਂ ਤੱਕ? ਸਹੀ ਆਨਸਰ ਹੈ ਜੀ ਆਪਸ਼ਨ ਬੀ, 1556 ਤੋਂ ਲੈ ਕੇ 1560 ਈਸਵੀ ਤੱਕ। ਕੁਐਸਚਨ ਨੰਬਰ 19 ਹੈ ਜੀ, ਅਕਬਰ ਦੇ ਸਮੇਂ ਦਾ ਪਹਿਲਾ ਵਿਦਰੋਹ ਕਿਹੜਾ ਸੀ ਜੀ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ, ਉਜ਼ਬੇਕਾਂ ਦਾ ਵਿਦਰੋਹ ਜਿਹੜਾ ਪਹਿਲਾ ਵਿਦਰੋਹ ਸੀ ਅਕਬਰ ਦੇ ਸਮੇਂ ਦਾ, ਜੋ 1564 ਈਸਵੀ ਦੇ ਵਿੱਚ ਹੋਇਆ। ਜੇਕਰ ਪੁੱਛਿਆ ਜਾਏ ਕਿ ਉਜ਼ਬੇਕਾਂ ਦਾ ਵਿਦਰੋਹ ਕਦੋਂ ਹੋਇਆ ਜਾਂ ਕਿਸ ਦੇ ਸਮੇਂ ਹੋਇਆ, ਅਕਬਰ ਦੇ ਸਮੇਂ ਹੋਇਆ। ਕਦੋਂ ਹੋਇਆ? 1564 ਈਸਵੀ ਦੇ। ਕੁਐਸਚਨ ਨੰਬਰ ਅੱਗੇ 20 ਹੈ ਜੀ, ਹਲਦੀ ਘਾਟੀ ਦੀ ਲੜਾਈ ਕਦੋਂ ਹੋਈ ਜੀ। ਹਲਦੀ ਘਾਟੀ ਦੀ ਜਿਹੜੀ ਲੜਾਈ ਹੋਈ ਸੀ ਜੀ, ਆਪਸ਼ਨ ਏ ਸਹੀ ਹੈ ਜੀ, 1576 ਈਸਵੀ ਦੇ ਵਿੱਚ ਹੋਈ ਸੀ। ਸਹੀ ਪੂਰਾ ਜਿਹੜਾ ਪ੍ਰੋਪਰ ਹੈ 18 ਜੂਨ 1576 ਈਸਵੀ ਨੂੰ ਜੀ। ਔਰ ਅਕਬਰ ਨੇ ਇਸ ਯੁੱਧ ਦੇ ਵਿੱਚ ਜਿਹੜੀ ਸੈਨਾ ਭੇਜੀ ਸੀ ਉਹ ਰਾਜਪੂਤ ਸੀ ਜੀ, ਮਾਨ ਸਿੰਘ ਅਤੇ ਆਸਫ ਖਾਂ। ਸੋ ਇਹਨਾਂ ਦੀ ਕਮਾਨ ਹੇਠ ਵੱਡੀ ਸੈਨਾ ਰਾਣਾ ਪ੍ਰਤਾਪ ਦੀ ਸ਼ਕਤੀ ਦਾ ਖਾਤਮਾ ਕਰਨ ਲਈ ਭੇਜੀ ਸੀ। ਔਰ ਰਾਣਾ ਨੇ ਵੀ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਗੋਕੁੰਡਾ ਤੋਂ ਕੂਚ ਕੀਤਾ ਅਤੇ 18 ਜੂਨ 1576 ਈਸਵੀ ਨੂੰ ਹਲਦੀ ਘਾਟ ਦੇ ਸਥਾਨ 'ਤੇ ਘਸਮਾਨ ਦਾ ਯੁੱਧ ਹੋਇਆ। ਔਰ ਮੁਗਲਾਂ ਦੀ ਸੈਨਾ ਰਾਣਾ ਪ੍ਰਤਾਪ ਦੀ ਸੈਨਾ ਤੋਂ 3-4 ਗੁਣਾ ਵਧੇਕ ਸੀ। ਫਿਰ ਵੀ ਰਾਣਾ ਨੇ ਅਤੇ ਉਸਦੇ ਸੈਨਿਕਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ, ਪਰ ਆਖਰਕਾਰ ਜਿਹੜੀ ਇਹ ਮੁਗਲਾਂ ਦੀ ਇਸ ਦੇ ਵਿੱਚ ਜਿੱਤ ਹੋਈ ਅਤੇ ਰਾਣਾ ਆਪਣੀ ਜਾਨ ਬਚਾ ਕੇ ਭੱਜ ਗਿਆ ਸੀ। ਅਗਲਾ ਹੈ ਜੀ ਕੁਐਸਚਨ ਨੰਬਰ 22, ਮਨਸਬਦਾਰੀ ਪ੍ਰਣਾਲੀ ਦਾ ਸੰਸਥਾਪਕ ਕੌਣ ਸੀ ਜੀ। ਤਾਂ ਮਨਸਬਦਾਰੀ ਪ੍ਰਣਾਲੀ ਦਾ ਸੰਸਥਾਪਕ ਸੀ ਜੀ ਆਪਸ਼ਨ ਸੀ ਜੀ, ਅਕਬਰ। ਔਰ ਜਾਤ ਅਤੇ ਸਵਾਰ ਦਾ ਸੰਬੰਧ ਵੀ ਜਿਹੜਾ ਹੈ ਉਹ ਮਨਸਬਦਾਰੀ ਪ੍ਰਣਾਲੀ ਨਾਲ ਹੈ। ਔਰ ਅਕਬਰ ਦੇ ਸਮੇਂ 33 ਸ਼੍ਰੇਣੀਆਂ ਸੀ ਜੀ। ਔਰ ਜਹਾਂਗੀਰ ਦੇ ਸਮੇਂ ਜੇਕਰ ਪੁੱਛਿਆ ਜਾਣ ਕਿ ਮਨਸਬਦਾਰਾਂ ਦੀਆਂ ਕਿੰਨੀਆਂ ਸ਼੍ਰੇਣੀਆਂ ਸੀ, 34 ਸੀ। ਸ਼ਾਹਜਹਾਂ ਦੇ ਸਮੇਂ ਜਿਹੜੀਆਂ ਨੇ ਇਹ 25 ਅਤੇ ਔਰੰਗਜ਼ੇਬ ਦੇ ਸਮੇਂ 27 ਸੀ ਜੀ। ਕੁਐਸਚਨ ਨੰਬਰ 22 ਜੀ, ਅਕਬਰ ਨੇ ਫਤਿਹਪੁਰ ਸਿਕਰੀ ਨਗਰ ਦੀ ਸਥਾਪਨਾ ਕਦੋਂ ਕੀਤੀ ਜੀ। ਆਨਸਰ ਸਹੀ ਹੈ ਜੀ ਆਪਸ਼ਨ ਏ, 1571 ਈਸਵੀ ਦੇ ਵਿੱਚ ਅਕਬਰ ਨੇ ਫਤਿਹਪੁਰ ਸਿਕਰੀ ਨਗਰ ਦੀ ਸਥਾਪਨਾ ਕੀਤੀ ਸੀ। ਕੁਐਸਚਨ ਨੰਬਰ 23 ਹੈ ਜੀ, ਕਿਸ ਮੁਗਲ ਸ਼ਾਸਕ ਨੇ ਦੀਨ ਏ ਇਲਾਹੀ ਧਰਮ ਚਲਾਇਆ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਅਕਬਰ ਨੇ ਫਰਵਰੀ 1582 ਦੇ ਵਿੱਚ ਚਲਾਇਆ ਸੀ। ਜੇਕਰ ਪੁੱਛਿਆ ਜਾਏ ਦੀਨ ਏ ਇਲਾਹੀ ਕਦੋਂ ਚਲਾਇਆ ਸੀ, ਫਰਵਰੀ 1582 ਈਸਵੀ ਦੇ ਵਿੱਚ ਕਿਸ ਨੇ ਚਲਾਇਆ, ਅਕਬਰ ਨੇ ਚਲਾਇਆ ਸੀ ਜੀ। ਕੋਸ਼ਿਸ਼ ਕੀਤੀ ਸੀ ਸਾਰਿਆਂ ਧਰਮਾਂ ਦੀਆਂ ਚੰਗੀਆਂ ਗੱਲਾਂ ਲੈ ਕੇ, ਪਰ ਅਸਫਲਤਾ ਮਿਲੀ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 24, ਅਕਬਰ ਦੇ ਸ਼ਾਸਨ ਕਾਲ ਦੌਰਾਨ ਰਾਜ ਦਾ ਵਿੱਤ ਮੰਤਰੀ ਕੌਣ ਹੁੰਦਾ ਸੀ ਜੀ। ਵਿੱਤ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ। ਸਹੀ ਇਸ ਦਾ ਆਨਸਰ ਆਏਗਾ ਆਪਸ਼ਨ ਬੀ ਜੀ। ਸੋ ਦੀਵਾਨ ਏ ਆਲਾ ਕਿਹਾ ਜਾਂਦਾ ਸੀ ਵਿੱਤ ਮੰਤਰੀ ਨੂੰ ਅਕਬਰ ਦੇ ਸ਼ਾਸਨ ਕਾਲ ਦੌਰਾਨ ਜੀ। ਸੋ ਹੋਰ ਜਿਹੜੀਆਂ ਪਦਵੀਆਂ ਹੁੰਦੀਆਂ ਸੀ, ਵਕੀਲ ਸਭ ਤੋਂ ਪਹਿਲਾਂ ਹੁੰਦਾ ਸੀ ਜੀ ਦੇਸ਼ ਦਾ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਨੂੰ ਵਕੀਲ ਕਹਿੰਦੇ ਸੀ ਜੀ। ਦੀਵਾਨ ਏ ਆਲਾ ਜਿਹੜਾ ਉਹ ਵਿੱਤ ਮੰਤਰੀ ਹੁੰਦਾ ਸੀ। ਮੀਰ ਬਖਸ਼ੀ ਮਨਸਬਦਾਰਾਂ ਦਾ ਰਿਕਾਰਡ ਰੱਖਦਾ ਸੀ। ਸਦਰ ਉਸ ਸਦੂਰ ਜਿਹੜਾ ਹੈ ਧਾਰਮਿਕ ਵਿਭਾਗ ਦਾ ਮੁਖੀ ਸੀ। ਅਤੇ ਕਾਜੀ ਉਲ ਕਜ਼ਾਤ ਹੁੰਦਾ ਸੀ ਜੀ। ਇਸ ਤੋਂ ਇਲਾਵਾ ਜਿਹੜਾ ਉਹ ਇਸਲਾਮੀ ਕਾਨੂੰਨਾਂ ਅਨੁਸਾਰ ਨਿਆਂ ਬਾਰੇ ਰਾਜੇ ਨੂੰ ਸਲਾਹ ਦਿੰਦਾ ਸੀ। ਔਰ ਖਾਨ ਏ ਸਾਮਾ ਜਿਹੜਾ ਉਹ ਸ਼ਾਹੀ ਪਰਿਵਾਰਾਂ ਅਤੇ ਕਾਰਖਾਨਿਆਂ ਦੀ ਨਿਗਰਾਨੀ ਰੱਖਦਾ ਸੀ ਜੀ। ਅਗਲਾ ਕੁਐਸਚਨ ਹੈ ਜੀ 25, ਗੁਜਰਾਤ ਦੀ ਜਿੱਤ ਦੀ ਖੁਸ਼ੀ ਵਿੱਚ ਅਕਬਰ ਨੇ ਬਣਵਾਇਆ ਜੀ। ਤਾਂ ਅਕਬਰ ਨੇ ਗੁਜਰਾਤ ਦੀ ਖੁਸ਼ੀ ਦੀ ਜਿੱਤ ਦੇ ਵਿੱਚ ਬਣਵਾਇਆ ਸੀ ਜੀ ਆਪਸ਼ਨ ਸੀ, ਬੁਲੰਦ ਦਰਵਾਜ਼ਾ ਜੀ। ਔਰ 1572-73 ਦੇ ਵਿੱਚ ਜਿਹੜਾ ਹੈ ਉਸਨੇ ਗੁਜਰਾਤ ਜਿੱਤਿਆ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 26, ਅਕਬਰ ਦੇ ਸਮੇਂ ਪੋਲਜ ਅਤੇ ਪ੍ਰੋਤੀ ਕਿਸਮ ਦੀ ਭੂਮੀ ਤੋਂ ਸਰਕਾਰ ਉਪਜ ਦਾ ਕਿੰਨਾ ਹਿੱਸਾ ਜਿਹੜਾ ਲਗਾਨ ਦੇ ਰੂਪ ਦੇ ਵਿੱਚ ਲੈਂਦੀ ਸੀ ਜੀ। ਸਹੀ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, 1/3 ਹਿੱਸਾ ਲੈਂਦੀ ਸੀ ਜੀ ਪੋਲਜ ਤੇ ਪ੍ਰੋਤੀ ਤੋਂ ਜੀ। 4 ਤਰ੍ਹਾਂ ਦੀ ਭੂਮੀ ਸੀ ਜੀ, ਭੂਮੀ ਦੀ ਦਰਜਾਬੰਦੀ ਸੀ। ਪੋਲਜ ਜਿਹੜੀ ਬਹੁਤ ਉਪਜਾਊ ਸੀ, ਇੱਕ ਸਮੇਂ ਦੇ ਵਿੱਚ ਜਿਹੜੀ ਹੈ ਇਸ ਵਿੱਚ ਕੋਈ ਵੀ ਫਸਲ ਬੀਜੀ ਜਾ ਸਕਦੀ ਸੀ। ਪ੍ਰੋਤੀ ਭੂਮੀ 1 ਸਾਲ ਦੇ ਵਿੱਚ 1 ਜਾਂ 2 ਸਾਲਾਂ ਬਾਅਦ ਜਿਹੜੀ ਇਹ ਬੀਜੀ ਜਾਂਦੀ ਸੀ ਜੀ। ਛੱਛਰ ਭੂਮੀ 3 ਜਾਂ 4 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ। ਬੰਜਰ ਭੂਮੀ ਜਿਹੜੀ ਹੈ
ਉਹ 5 ਜਾਂ 6 ਸਾਲਾਂ ਬਾਅਦ ਉਸ ਦੇ ਵਿੱਚ ਫਸਲ ਬੀਜੀ ਜਾਂਦੀ ਸੀ ਔਰ ਉਸੇ ਦੇ ਅਕੋਰਡਿੰਗ ਜਿਹੜਾ ਹੈ ਅੱਗੇ ਇਸ ਤੋਂ ਲਗਾਨ ਜਿਹੜਾ ਲਿਆ ਜਾਂਦਾ ਸੀ ਜੀ। ਕੁਐਸਚਨ ਨੰਬਰ 27 ਹੈ ਜੀ, ਅਕਬਰ ਦੇ ਸਮੇਂ ਵਿੱਚ ਕਿਸ ਪ੍ਰਣਾਲੀ ਤਹਿਤ ਖੜੀ ਫਸਲ ਦਾ ਅੰਦਾਜ਼ਾ ਲਗਾ ਕੇ ਲਗਾਨ ਜਿਹੜਾ ਨਿਯਤ ਕੀਤਾ ਜਾਂਦਾ ਸੀ ਜੀ। ਖੜੀ ਫਸਲ ਦਾ ਅੰਦਾਜ਼ਾ ਲਗਾ ਕੇ ਜਿਹੜਾ ਲਗਾਨ ਨਿਯਤ ਕੀਤਾ ਜਾਂਦਾ ਸੀ ਉਸ ਪ੍ਰਣਾਲੀ ਨੂੰ ਕਹਿੰਦੇ ਸੀ ਜੀ ਆਪਸ਼ਨ ਸੀ ਕਨਕੂਤ ਪ੍ਰਣਾਲੀ ਜੀ। ਸੋ ਤਿੰਨ ਪ੍ਰਣਾਲੀਆਂ ਪ੍ਰਚਲਿਤ ਸੀ ਜੀ। ਨਾਸਕ ਪ੍ਰਣਾਲੀ ਕੀ ਹੁੰਦੀ ਸੀ, ਸਾਰੇ ਪਿੰਡ ਦੀ ਫਸਲ ਦਾ ਇਕੱਠਾ ਅੰਦਾਜ਼ਾ ਲਗਾ ਕੇ ਲਗਾਨ ਜਿਹੜਾ ਨਿਯਤ ਕੀਤਾ ਜਾਂਦਾ ਸੀ ਜੀ ਨਾਸਕ ਪ੍ਰਣਾਲੀ ਦੇ ਤਹਿਤ। ਵਟਾਈ ਦੇ ਵਿੱਚ ਕੀ ਹੁੰਦਾ ਸੀ, ਜਦੋਂ ਫਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ ਸੀ। ਸਰਕਾਰ ਇੱਕ ਹਿੱਸਾ ਲਗਾਨ ਦੇ ਰੂਪ ਵਿੱਚ ਲੈ ਲੈਂਦੀ ਸੀ ਅਤੇ ਬਾਕੀ 2 ਹਿੱਸੇ ਕਿਸਾਨਾਂ ਕੋਲ ਰਹਿ ਜਾਂਦੇ ਸੀ। ਇਸ ਨੂੰ ਵਟਾਈ ਪ੍ਰਣਾਲੀ ਕਹਿੰਦੇ ਸੀ। ਕਨਕੂਤ ਪ੍ਰਣਾਲੀ, ਫਸਲ ਖੜੀ ਹੋਈ ਹੈ ਹਜੇ ਕੱਟੀ ਨਹੀਂ, ਬਸ ਅੰਦਾਜ਼ਾ ਲਗਾ ਲੈਣਾ ਵੀ ਇੰਨੀ ਕੁ ਹੋ ਜਾਏਗੀ, ਇੰਨਾ ਇਸ ਦੇ ਵਿੱਚੋਂ ਲਗਾਨ ਦਿੱਤਾ ਜਾਊ। ਕੁਐਸਚਨ ਨੰਬਰ 28 ਹੈ ਜੀ, ਅਕਬਰ ਦੇ ਸਮੇਂ ਵਿੱਚ ਜਿਸ ਭੂਮੀ ਵਿੱਚ 3 ਜਾਂ 4 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ ਉਸ ਨੂੰ ਕੀ ਕਿਹਾ ਜਾਂਦਾ ਸੀ ਜੀ। ਉਸ ਨੂੰ ਕਿਹਾ ਜਾਂਦਾ ਸੀ ਜੀ ਆਪਸ਼ਨ ਸੀ ਜੀ ਛੱਛਰ ਭੂਮੀ। 3 ਤੋਂ 4 ਸਾਲਾਂ ਬਾਅਦ। ਬੰਜਰ ਭੂਮੀ ਦੇ ਵਿੱਚ 5 ਤੋਂ 6 ਸਾਲਾਂ ਦੇ ਵਿੱਚ ਇੱਕ ਵਾਰੀ ਫਸਲ ਬੀਜੀ ਜਾਂਦੀ ਸੀ। ਪੋਲਸ ਦੇ ਵਿੱਚ ਸਾਲ ਦੇ ਵਿੱਚ ਜਿਹੜਾ ਹੈ 2 ਵਾਰ ਜਾਂ 1 ਵਾਰ ਫਸਲ ਬੀਜੀ ਜਾਂਦੀ ਸੀ ਔਰ ਪਰੋਤੀ ਦੇ ਵਿੱਚ 2 ਸਾਲਾਂ ਦੇ ਵਿੱਚ 1 ਜਾਂ 2 ਵਾਰ ਫਸਲ ਬੀਜੀ ਜਾਂਦੀ ਸੀ ਜੀ। 1 ਤੋਂ 2 ਵਾਰ ਫਸਲ ਬੀਜੀ। ਕੁਐਸਚਨ ਨੰਬਰ ਅੱਗੇ ਹੈ ਜੀ 29, ਜਹਾਂਗੀਰ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਜੀ। ਤਾਂ ਜਹਾਂਗੀਰ ਨੇ ਜਿਹੜਾ ਰਾਜ ਕੀਤਾ ਜੀ, ਸਹੀ ਆਨਸਰ ਹੈ ਇਸਦਾ ਆਪਸ਼ਨ ਏ ਜੀ। 1605 ਈਸਵੀ ਤੋਂ ਲੈ ਕੇ 1627 ਈਸਵੀ ਤੱਕ ਜਹਾਂਗੀਰ ਨੇ ਰਾਜ ਕੀਤਾ ਜੀ ਔਰ ਜਹਾਂਗੀਰ ਦਾ ਬਚਪਨ ਦਾ ਨਾਮ ਜਿਹੜਾ ਉਹ ਸਲੀਮ ਸੀ ਜੀ। ਕੁਐਸਚਨ ਨੰਬਰ 30 ਹੈ ਜੀ, ਜਹਾਂਗੀਰ ਨੇ ਕਦੋਂ ਮੈਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਹਰਾਇਆ ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ 1613 ਈਸਵੀ ਦੇ ਵਿੱਚ ਜਹਾਂਗੀਰ ਨੇ ਮੈਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਹਰਾਇਆ ਸੀ ਜੀ। ਕੁਐਸਚਨ ਨੰਬਰ 31 ਹੈ, ਜਹਾਂਗੀਰ ਨੇ ਕਾਂਗੜੇ 'ਤੇ ਜਿੱਤ ਕਦੋਂ ਪ੍ਰਾਪਤ ਕੀਤੀ ਜੀ। ਤਾਂ ਕਾਂਗੜੇ 'ਤੇ ਜਿੱਤ ਪ੍ਰਾਪਤ ਕੀਤੀ ਸੀ ਜੀ 1620 ਈਸਵੀ ਦੇ ਵਿੱਚ। ਅਗਲਾ ਕੁਐਸਚਨ ਹੈ ਜੀ, ਜਹਾਂਗੀਰ ਨੇ ਨੂਰ ਜਹਾਂ ਨਾਲ ਸ਼ਾਦੀ ਕਦੋਂ ਕਰਵਾਈ ਜੀ। ਸਹੀ ਆਨਸਰ ਆਪਸ਼ਨ ਬੀ ਜੀ 1611 ਈਸਵੀ ਦੇ ਵਿੱਚ। ਔਰ ਨੂਰ ਜਹਾਂ ਜਿਹੜੀ ਹੈ ਉਹ ਸ਼ੇਰ ਅਫਗਾਨ ਦੀ ਵਿਧਵਾ ਸੀ ਔਰ ਉਸ ਦਾ ਜਿਹੜਾ ਪਹਿਲਾ ਨਾਮ ਸੀ ਉਹ ਮੇਹਰੂ ਨਿਸਾ ਸੀ ਜੀ। ਮੇਹਰੂ ਨਿਸਾ ਸੀ। ਕਈ ਵਾਰੀ ਆ ਜਾਂਦਾ ਕਿ ਮੇਹਰੂ ਨਿਸਾ ਕੌਣ ਸੀ, ਜਹਾਂਗੀਰ ਦੀ ਜਿਹੜੀ ਹੈ ਘਰ ਵਾਲੀ ਸੀ ਜੀ, ਵਾਈਫ ਸੀ। ਔਰ ਜੇਕਰ ਪੁੱਛਿਆ ਜਾਏ ਕੌਣ ਸੀ, ਸ਼ੇਰ ਅਫਗਾਨ ਦੀ ਵਿਧਵਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 33, ਜਹਾਂਗੀਰ ਦੇ ਸ਼ਾਸਨ ਕਾਲ ਵਿੱਚ ਪਹਿਲਾ ਅੰਗਰੇਜ਼ ਮਿਸ਼ਨ ਕਿਸ ਦੀ ਅਗਵਾਈ ਦੇ ਵਿੱਚ ਭਾਰਤ ਆਇਆ ਸੀ ਜੀ। ਤਾਂ ਪਹਿਲਾ ਜਿਹੜਾ ਅੰਗਰੇਜ਼ਾਂ ਦਾ ਮਿਸ਼ਨ ਆਇਆ ਸੀ ਭਾਰਤ ਦੇ ਵਿੱਚ ਉਹ ਆਇਆ ਸੀ ਜੀ ਆਪਸ਼ਨ ਏ ਹੈ ਜੀ, ਵਿਲੀਅਮ ਹਾਕਨਸ ਦੀ ਅਗਵਾਈ ਦੇ ਵਿੱਚ ਆਇਆ ਸੀ। 1608 ਤੋਂ ਲੈ ਕੇ 11 ਤੱਕ ਜਿਹੜਾ ਉਹ ਰਿਹਾ ਸੀ। 1608 'ਚ ਆਇਆ ਸੀ ਔਰ 11 'ਚ ਵਾਪਸ ਗਿਆ ਸੀ। ਕੁਐਸਚਨ ਨੰਬਰ 34 ਜੀ, ਸਰ ਥਾਮਸ ਰੋ ਭਾਰਤ ਵਿੱਚ ਕਦੋਂ ਆਇਆ ਜੀ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 1615 ਈਸਵੀ ਦੇ ਵਿੱਚ ਥਾਮਸ ਰੋ ਭਾਰਤ ਆਇਆ ਸੀ ਔਰ ਵਪਾਰਕ ਸਹੂਲਤਾਂ ਲੈਣ ਦੇ ਵਿੱਚ ਸਫਲ ਰਿਹਾ ਸੀ। ਕੁਐਸਚਨ ਨੰਬਰ 35 ਹੈ ਜੀ, ਅਕਬਰ ਨੇ ਕੰਧਾਰ ਉੱਤੇ ਅਧਿਕਾਰ ਕਦੋਂ ਕੀਤਾ ਜੀ। ਸਹੀ ਆਨਸਰ ਹੈ ਆਪਸ਼ਨ ਡੀ ਜੀ 1595 ਈਸਵੀ ਦੇ ਵਿੱਚ ਅਕਬਰ ਨੇ ਕੰਧਾਰ ਉੱਤੇ ਜਿਹੜਾ ਅਧਿਕਾਰ ਪ੍ਰਾਪਤ ਕੀਤਾ ਸੀ ਜੀ। ਨੈਕਸਟ ਹੈ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 36, ਸ਼ਾਹਜਹਾਂ ਕਦੋਂ ਰਾਜ ਗੱਦੀ 'ਤੇ ਬੈਠਾ ਸੀ ਜੀ। ਸ਼ਾਹਜਹਾਂ ਬੈਠਾ ਸੀ ਜੀ ਆਪਸ਼ਨ ਏ ਹੈ ਜੀ 1628 ਈਸਵੀ ਦੇ ਵਿੱਚ। ਔਰ ਜੇਕਰ ਪੁੱਛਿਆ ਜਾਏ ਕਿ ਸ਼ਾਹਜਹਾਂ ਦਾ ਕਾਲ ਕਿਹੜਾ ਸੀ, ਸਮਾਂ ਕਿਹੜਾ ਸੀ ਰਾਜ ਕਰਨ ਦਾ, ਤਾਂ 1628 ਤੋਂ ਲੈ ਕੇ 1657 ਈਸਵੀ ਤੱਕ। ਕੁਐਸਚਨ ਨੰਬਰ 37 ਜੀ, 1628 ਈਸਵੀ 'ਚ ਬੁੰਦੇਲਖੰਡ ਦੇ ਕਿਸ ਸ਼ਾਸਕ ਨੇ ਸ਼ਾਹਜਹਾਂ ਦਾ ਵਿਰੁੱਧ ਜਿਹੜਾ ਹੈ ਵਿਦਰੋਹ ਕੀਤਾ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੁਝਾਰ ਸਿੰਘ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 38, ਸ਼ਾਹਜਹਾਂ ਨੇ ਆਪਣੇ ਕਿਸ ਪੁੱਤਰ ਨੂੰ ਦੱਖਣੀ ਭਾਰਤ ਦਾ ਵਾਇਸਰਾਏ ਨਿਯੁਕਤ ਕੀਤਾ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਔਰੰਗਜ਼ੇਬ ਨੂੰ। ਔਰ ਸ਼ਾਹਜਹਾਂ ਦੇ ਜਿਹੜੇ ਪੁੱਤਰਾਂ ਦੇ ਨਾਮ ਸੀ ਉਹ ਸੀ ਜੀ ਦਾਰਾ ਸ਼ਿਕੋ, ਸੂਜਾ, ਮੁਰਾਦ ਅਤੇ ਔਰੰਗਜ਼ੇਬ। 4 ਪੁੱਤਰ ਸੀ ਜੀ ਸ਼ਾਹਜਹਾਂ ਦੇ। ਕੁਐਸਚਨ ਨੰਬਰ 39 ਜੀ, ਸ਼ਾਹਜਹਾਂ ਨੇ ਅਹਿਮਦਨਗਰ ਨੂੰ ਮੁਗਲ ਸਾਮਰਾਜ ਦੇ ਵਿੱਚ ਕਦੋਂ ਮਿਲਾਇਆ ਜੀ। ਸਹੀ ਆਨਸਰ ਹੈ ਜੀ ਆਪਸ਼ਨ ਏ 1633 ਈਸਵੀ ਦੇ ਵਿੱਚ ਜੀ।
ਅਗਲਾ ਕੁਐਸਚਨ ਨੰਬਰ 40 ਹੈ ਜੀ, ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਕਿਸ ਕਿਲੇ ਵਿੱਚ ਕੈਦ ਕਰ ਲਿਆ ਜੀ? ਤਾਂ ਸ਼ਾਹਜਹਾਂ ਦੇ ਪੁੱਤਰ ਔਰੰਗਜ਼ੇਬ ਨੇ ਹੀ ਸ਼ਾਹਜਹਾਂ ਨੂੰ ਜਿਹੜਾ ਹੈ ਕੈਦ ਕਰ ਲਿਆ ਸੀ ਜੀ। ਤਾਂ ਉਹ ਕੀਤਾ ਸੀ ਜੀ ਆਪਸ਼ਨ ਬੀ, ਆਗਰੇ ਦੇ ਕਿਲੇ ਦੇ ਵਿੱਚ। ਕਦੋਂ ਕੀਤਾ? 8 ਜੂਨ 1658 ਈਸਵੀ ਨੂੰ ਜੀ। ਕੁਐਸਚਨ ਨੰਬਰ 41 ਹੈ ਜੀ, ਔਰੰਗਜ਼ੇਬ ਅਤੇ ਦਾਰਾ ਸਕੋ ਵਿੱਚ ਧਰਮਤ ਦਾ ਯੁੱਧ ਕਦੋਂ ਹੋਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, 15 ਅਪ੍ਰੈਲ 1658 ਈਸਵੀ ਦੇ ਵਿੱਚ ਔਰੰਗਜ਼ੇਬ ਅਤੇ ਦਾਰਾ ਸਕੋ ਦੇ ਵਿੱਚ ਧਰਮਤ ਦਾ ਜਿਹੜਾ ਯੁੱਧ ਆ ਉਹ ਹੋਇਆ ਸੀ ਜੀ। ਔਰ ਇਸ ਯੁੱਧ ਦੇ ਵਿੱਚ ਜਿਹੜਾ ਔਰੰਗਜ਼ੇਬ ਦੀ ਜਿੱਤ ਹੋਈ ਸੀ ਜੀ। ਅਗਲਾ ਕੁਐਸਚਨ ਹੈ ਜੀ, ਕੁਐਸਚਨ ਨੰਬਰ 42, ਸ਼ਾਹਜਹਾਂ ਨੂੰ ਸ਼ਾਹਜਹਾਂ ਦੀ ਉਪਾਧੀ ਜਿਹੜੀ ਕਿਸ ਨੇ ਦਿੱਤੀ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਜਹਾਂਗੀਰ ਨੇ ਦਿੱਤੀ ਸੀ ਜੀ। ਔਰ ਉਸ ਦਾ ਜਿਹੜਾ ਮੁੱਢਲਾ ਨਾਮ ਹੈ ਸ਼ਾਹਜਹਾਂ ਦਾ ਉਹ ਖੁਰਮ ਸੀ ਜੀ। ਕੁਐਸਚਨ ਨੰਬਰ 43, ਤਾਜ ਮਹਿਲ ਦਾ ਨਿਰਮਾਣ ਸ਼ਾਹਜਹਾਂ ਨੇ ਕਿਸ ਦੀ ਯਾਦ ਦੇ ਵਿੱਚ ਕਰਵਾਇਆ ਜੀ? ਜਾਂ ਤਾਜ ਮਹਿਲ ਸ਼ਾਹਜਹਾਂ ਨੇ ਕਿਸ ਦੀ ਯਾਦ ਦੇ ਵਿੱਚ ਬਣਵਾਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਅਰਜੁਨਾ ਬਾਨੋ ਬੇਗਮ ਸੀ ਜੀ, ਜਿਹਨੂੰ ਆਪਾਂ ਮੁਮਤਾਜ਼ ਦੇ ਨਾਮ ਨਾਲ ਜਾਣਦੇ ਹਾਂ ਜੀ ਜ਼ਿਆਦਾ। ਸੋ ਉਸ ਦਾ ਜਿਹੜਾ ਅਸਲੀ ਨਾਮ ਸੀ ਅਰਜੁਨਮ ਬਾਨੋ ਬੇਗਮ ਸੀ ਜੀ। ਸੋ ਉਸ ਦੀ ਯਾਦ ਦੇ ਵਿੱਚ ਤਾਜ ਮਹਿਲ ਬਣਵਾਇਆ ਸੀ ਜੀ। ਅਗਲਾ ਕੁਐਸਚਨ ਹੈ ਜੀ, ਸ਼ਾਹਜਹਾਂ ਦੀ ਮੌਤ ਕਦੋਂ ਹੋਈ? ਆਨਸਰ ਆਏਗਾ ਜੀ ਆਪਸ਼ਨ ਸੀ, 1666 ਈਸਵੀ ਦੇ ਵਿੱਚ ਸ਼ਾਹਜਹਾਂ ਦੀ ਮੌਤ ਹੋਈ ਸੀ 8 ਸਾਲ ਦੀ ਕੈਦ ਤੋਂ ਬਾਅਦ ਜੀ। 31 ਜਨਵਰੀ, ਜੇਕਰ ਪੁੱਛਿਆ ਜੇ ਕਦੋਂ ਹੋਈ ਸੀ ਤਾਂ 31 ਜਨਵਰੀ 1666 ਈਸਵੀ ਨੂੰ ਮੌਤ ਹੋ ਗਈ ਸੀ ਜੀ ਸ਼ਾਹਜਹਾਂ ਦੀ। ਕੁਐਸਚਨ ਨੰਬਰ 45, ਔਰੰਗਜ਼ੇਬ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਆਨਸਰ ਆਏਗਾ ਜੀ ਆਪਸ਼ਨ ਏ, 1658 ਤੋਂ ਲੈ ਕੇ 1707 ਈਸਵੀ ਤੱਕ ਔਰੰਗਜ਼ੇਬ ਨੇ ਰਾਜ ਕੀਤਾ ਜੀ। ਔਰ ਔਰੰਗਜ਼ੇਬ ਤੋਂ ਬਾਅਦ ਜਿਹੜਾ ਮੁਗਲ ਸਾਮਰਾਜ ਸੀ ਉਹ ਜਿਹੜਾ ਹੈ ਉਹਦਾ ਪੱਧਰ ਗਿਰਦਾ ਗਿਆ, ਯਾਨੀ ਕਿ ਸਾਮਰਾਜ ਖਾਤਮੇ ਵੱਲ ਵੱਧਦਾ ਗਿਆ ਜੀ, ਪਤਨ ਵੱਲ ਵੱਧਦਾ ਗਿਆ। ਕੁਐਸਚਨ ਨੰਬਰ 46 ਹੈ ਜੀ, ਮਥੁਰਾ ਆਗਰਾ ਦੇ ਜਾਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਦੋਂ ਕੀਤਾ ਜੀ? ਸਹੀ ਆਨਸਰ ਆਏਗਾ ਆਪਸ਼ਨ ਬੀ ਜੀ, 1669 ਈਸਵੀ ਦੇ ਵਿੱਚ ਮਥੁਰਾ ਆਗਰਾ ਦੇ ਜਾਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕੀਤਾ ਸੀ ਜੀ। ਕੁਐਸਚਨ ਨੰਬਰ 47, ਸ਼ਿਵਾਜੀ ਨੇ ਕਦੋਂ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ ਜੀ? ਸੋ ਮਰਾਠਾ ਰਾਜ ਜਿਹੜਾ ਹੈ ਉਦੈ ਹੋਇਆ ਸੀ ਸ਼ਿਵਾਜੀ ਦੇ ਅਧੀਨ, ਔਰ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕੀਤਾ ਸੀ ਸ਼ਿਵਾਜੀ ਨੇ 1674 ਈਸਵੀ ਦੇ ਵਿੱਚ। ਅਗਲਾ ਕੁਐਸਚਨ ਹੈ ਜੀ 48 ਨੰਬਰ, ਔਰੰਗਜ਼ੇਬ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਜੀ? ਸਹੀ ਆਨਸਰ ਆਪਸ਼ਨ ਏ ਜੀ, 11 ਨਵੰਬਰ 1675 ਈਸਵੀ ਨੂੰ ਜੀ। ਔਰ ਜੇਕਰ ਪੁੱਛਿਆ ਜਾਏ ਕਿ ਕਿੱਥੇ ਸ਼ਹੀਦ ਕੀਤਾ ਤਾਂ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਜੀ। ਕੁਐਸਚਨ ਨੰਬਰ 49 ਜੀ, ਔਰੰਗਜ਼ੇਬ ਨੇ ਗੋਲਕੰਡਾ 'ਤੇ ਅਧਿਕਾਰ ਕਦੋਂ ਕੀਤਾ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, 1687 ਈਸਵੀ ਦੇ ਵਿੱਚ। ਦੱਖਣ ਦੇ ਵਿੱਚ ਹੈ ਜੀ ਬੀਜਾਪੁਰ ਅਤੇ ਗੋਲਕੁੰਡਾ ਮਹੱਤਵਪੂਰਨ ਜਿੱਤਾਂ ਸੀ, ਪਰ ਇਸ ਨੇ ਜਿਹੜਾ ਹੈ ਔਰੰਗਜ਼ੇਬ ਦੀ ਕਾਫੀ ਜ਼ਿਆਦਾ ਜਿਹੜੀ ਹੈ ਸੈਨਿਕ ਅਤੇ ਆਰਥਿਕ ਹਾਲਤ ਮੰਦੀ ਕੀਤੀ, ਜਿਸ ਕਾਰਨ ਵੀ ਮੁਗਲ ਸਾਮਰਾਜ ਪਤਨ ਵੱਲ ਗਿਆ। ਪੁੱਛਿਆ ਜਾ ਸਕਦਾ ਗੋਲਕੰਡਾ ਕਦੋਂ ਜਿੱਤਿਆ? 1687 ਦੇ ਵਿੱਚ। ਬੀਜਾਪੁਰ ਜੇਕਰ ਪੁੱਛਿਆ ਜਾਏ ਤਾਂ 1686 ਦੇ ਵਿੱਚ। ਅਕਬਰਨਾਮਾ ਅਤੇ ਐਨ ਏ ਅਕਬਰੀ ਦਾ ਲੇਖਕ ਕੌਣ ਹੈ ਜੀ? ਇੰਪੋਰਟੈਂਟ ਕੁਐਸਚਨ ਹੈ। ਸਹੀ ਆਨਸਰ ਹੈ ਜੀ ਆਪਸ਼ਨ ਬੀ, ਅਬੁਲ ਫਜ਼ਲ ਜੀ। ਕੁਐਸਚਨ ਨੰਬਰ ਅੱਗੇ 51 ਹੈ ਜੀ, ਅਕਬਰ ਦੇ ਸਮੇਂ ਮੁਗਲ ਸਾਮਰਾਜ ਕਿੰਨੇ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ ਜੀ? ਤਾਂ ਅਕਬਰ ਦੇ ਸਮੇਂ ਜਿਹੜਾ ਮੁਗਲ ਸਾਮਰਾਜ ਹੈ ਉਹ ਵੰਡਿਆ ਹੋਇਆ ਸੀ ਜੀ ਆਪਸ਼ਨ ਸੀ ਸਹੀ ਹੈ ਜੀ, 15 ਸੂਬਿਆਂ ਦੇ ਵਿੱਚ। ਫਿਰ ਜਹਾਂਗੀਰ ਦੇ ਸਮੇਂ 16, ਔਰੰਗਜ਼ੇਬ ਦੇ 20 ਔਰ ਸ਼ਾਹਜਹਾਂ ਦੇ ਸਮੇਂ ਜਿਹੜਾ 21 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ ਮੁਗਲ ਸਾਮਰਾਜ ਜੀ। ਕੁਐਸਚਨ ਨੰਬਰ 22 ਹੈ ਜੀ, 52 ਹੈ ਜੀ, ਚਾਂਦ ਬੀਬੀ ਕੌਣ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਚਾਂਦ ਬੀਬੀ ਜਿਹੜੀ ਹੈ ਬਹਾਦਰ ਨਿਜ਼ਾਮ ਸ਼ਾਹ ਦੀ ਸਰਪ੍ਰਸਤ ਸੀ ਜੀ। ਅਹਿਮਦਨਗਰ ਦੇ ਨਾਬਾਲਗ ਸੁਲਤਾਨ ਦੀ ਸਰਪ੍ਰਸਤ। ਕੁਐਸਚਨ ਨੰਬਰ 53, ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਕਿੱਥੇ ਕੈਦ ਕਰਕੇ ਰੱਖਿਆ ਗਿਆ ਜੀ?
ਸਹੀ ਆਨਸਰ ਹੈ ਜੀ ਆਪਸ਼ਨ ਏ ਰੰਗੂਨ ਦੇ ਵਿੱਚ ਜੀ। ਸੋ ਜਦੋਂ 1857 ਈਸਵੀ ਦਾ ਵਿਦਰੋਹ ਹੋਇਆ ਤਾਂ ਬਾਦਸ਼ਾਹ ਐਲਾਨਿਆ ਗਿਆ ਸੀ ਜੀ ਬਹਾਦਰ ਸ਼ਾਹ ਨੂੰ, ਔਰ ਬਹਾਦਰ ਸ਼ਾਹ ਜ਼ਫਰ ਨੂੰ ਜਦੋਂ ਬਾਦਸ਼ਾਹ ਐਲਾਨਿਆ ਗਿਆ ਤਾਂ ਜਦੋਂ ਇਹ ਅੰਦੋਲਨ ਅਸਫਲ ਹੋ ਗਿਆ ਤਾਂ 1858 ਈਸਵੀ ਦੇ ਵਿੱਚ ਉਸ ਨੂੰ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ, ਜਿੱਥੇ 1863 ਈਸਵੀ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ 54, ਜਿੰਦਾ ਪੀਰ ਕਿਹੜੇ ਮੁਗਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ? ਤਾਂ ਜਿੰਦਾ ਪੀਰ ਕਿਹਾ ਜਾਂਦਾ ਹੈ ਜੀ ਆਪਸ਼ਨ ਬੀ ਔਰੰਗਜ਼ੇਬ ਨੂੰ ਜੀ। ਔਰੰਗਜ਼ੇਬ ਦੇ ਵਿਅਕਤੀਗਤ ਜਿਹੜੇ ਚਰਿੱਤਰਕ ਗੁਣ ਸੀ ਜੀ, ਉਹਨਾਂ ਕਰਕੇ ਜਿੰਦਾ ਪੀਰ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 55 ਜੀ 55, ਬਟਾਈ ਪ੍ਰਣਾਲੀ ਕਿਸ ਦੇ ਸਮੇਂ ਪ੍ਰਚਲਿਤ ਹੋਈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਅਕਬਰ ਦੇ ਸਮੇਂ ਦੇ ਵਿੱਚ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 56, ਕਿਹੜੇ ਭੂਮੀਕਰ ਅਧੀਨ ਭੂਮੀ ਦਾ ਵਰਗੀਕਰਨ ਜਿਹੜਾ ਕੀਤਾ ਗਿਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਜ਼ਬਤੀ ਪ੍ਰਣਾਲੀ ਦੇ ਤਹਿਤ ਜੀ। ਔਰ ਜ਼ਬਤੀ ਪ੍ਰਣਾਲੀ ਨੂੰ ਜਿਹੜਾ ਟੋਡਰਮਲ ਦਾ ਬੰਦੋਬਸਤ ਵੀ ਕਿਹਾ ਜਾਂਦਾ, 1581 ਈਸਵੀ ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਔਰ 15 ਚੋਂ 8 ਪ੍ਰਾਂਤਾਂ ਜਿਸ ਦੇ ਵਿੱਚ ਆਗਰਾ, ਲਾਹੌਰ, ਮੁਲਤਾਨ, ਦਿੱਲੀ, ਅਵਧ, ਮਾਲਵਾ, ਅਜਮੇਰ ਅਤੇ ਇਲਾਹਾਬਾਦ, ਇਹਨਾਂ ਦੇ ਵਿੱਚ ਜਿਹੜੀ ਲਾਗੂ ਕੀਤੀ ਗਈ ਸੀ ਜ਼ਬਤੀ ਪ੍ਰਣਾਲੀ। ਨੈਕਸਟ ਹੈ ਜੀ ਕੁਐਸਚਨ ਨੰਬਰ 57, ਉਪਜਾਊਪਣ ਮੁਤਾਬਕ ਭੂਮੀ ਦਾ ਸਹੀ ਕਰਮ ਕਿਹੜਾ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਸਭ ਤੋਂ ਉਪਜਾਊ ਪੋਲਸ, ਦੂਸਰੇ ਨੰਬਰ 'ਤੇ ਪ੍ਰੋਤੀ, ਫਿਰ ਤੀਸਰੇ ਨੰਬਰ 'ਤੇ ਛੰਛਰ ਅਤੇ ਪੰਜਵੇਂ ਨੰਬਰ 'ਤੇ ਬੰਜਰ ਜੀ। ਸੋ ਇਹ ਇੱਕ ਸਹੀ ਕਰਮ ਹੈ ਉਪਜਾਊਪਣ ਦੇ ਮੁਤਾਬਕ ਭੂਮੀ ਦਾ ਮੁਗਲ ਕਾਲ ਦੇ ਸਮੇਂ। ਕੁਐਸਚਨ ਨੰਬਰ 58, ਦੱਖਣੀ ਭਾਰਤ ਦੇ ਕਿਹੜੇ ਰਾਜ ਨੇ ਸਭ ਤੋਂ ਪਹਿਲਾਂ ਅਕਬਰ ਦੀ ਅਧੀਨਤਾ ਸਵੀਕਾਰ ਕੀਤੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਖਾਨ ਦੇਸ਼ ਨੇ ਜੀ। ਔਰ 1601 ਦੇ ਵਿੱਚ ਅਧੀਨਤਾ ਸਵੀਕਾਰ ਕੀਤੀ ਸੀ ਜੀ ਖਾਨ ਦੇਸ਼ ਨੇ। ਔਰ ਜੇਕਰ ਪੁੱਛਿਆ ਜਾਏ ਕਿ ਅਕਬਰ ਦੀ ਆਖਰੀ ਜਿੱਤ ਕਿਹੜੀ ਸੀ ਤਾਂ ਉਹ ਵੀ ਖਾਨ ਦੇਸ਼ ਦੀ ਜਿੱਤ ਸੀ ਜੀ। ਕੁਐਸਚਨ ਨੰਬਰ ਹੈ ਜੀ 59, ਅਕਬਰ ਨੇ ਕਿਹੜੀ ਰਾਜਪੂਤ ਰਿਆਸਤ ਨੂੰ ਮੁਗਲ ਸਾਮਰਾਜ ਵਿੱਚ ਨਹੀਂ ਮਿਲਾ ਪਾਇਆ ਜੀ, ਔਰ ਜਹਾਂਗੀਰ ਨੇ ਉਸ ਨੂੰ ਮਿਲਾਇਆ ਸੀ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਮੈਵਾੜ ਨੂੰ ਅਕਬਰ ਜਿਹੜਾ ਹੈ ਨਹੀਂ ਸੀ ਮਿਲਾ ਸਕਿਆ ਮੁਗਲ ਸਾਮਰਾਜ ਦੇ ਵਿੱਚ। ਮਹਾਰਾਣਾ ਪ੍ਰਤਾਪ ਦੇ ਨਾਲ ਆਪਾਂ ਨੂੰ ਪਤਾ ਹੈ ਕਿ ਯੁੱਧ ਹੋਏ, ਔਰ 1615 ਈਸਵੀ ਦੇ ਵਿੱਚ ਜਹਾਂਗੀਰ ਨੇ ਮੈਵਾੜ ਨੂੰ ਮੁਗਲ ਸਾਮਰਾਜ ਦੇ ਵਿੱਚ ਮਿਲਾਇਆ ਸੀ ਜੀ, ਰਾਜਾ ਅਮਰ ਸਿੰਘ ਦੇ ਨਾਲ ਸੰਧੀ ਕਰਕੇ ਜੀ। ਕੁਐਸਚਨ ਨੰਬਰ 60 ਹੈ ਜੀ ਅਕਬਰ ਨੇ ਕਿਹੜਾ ਰਾਜ ਦੱਖਣ ਦੇ ਵਿੱਚ ਬਣਾਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਬੀਜਾਪੁਰ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 61, ਮੁਗਲ ਕਾਲ ਵਿੱਚ ਆਮਿਲ ਕਿਸ ਦਾ ਮੁੱਖ ਅਧਿਕਾਰੀ ਹੁੰਦਾ ਸੀ ਜੀ? ਆਮਿਲ ਸਹੀ ਆਨਸਰ ਹੈ ਜੀ ਆਪਸ਼ਨ ਸੀ ਪਰਗਨੇ ਦੇ ਮੁਖੀ ਨੂੰ ਜਿਹੜਾ ਆਮਿਲ ਕਿਹਾ ਜਾਂਦਾ ਸੀ ਜੀ। ਕੁਐਸਚਨ ਨੰਬਰ 62 ਹੈ ਜੀ ਮਨਸਬਦਾਰੀ ਪ੍ਰਣਾਲੀ ਸੰਬੰਧੀ ਕਿਹੜਾ ਤੱਥ ਗਲਤ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਆਰਥਿਕ ਸਥਿਤੀ ਨੂੰ ਸੁਧਾਰਨਾ ਜਿਹੜਾ ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਨਹੀਂ ਸੀ। ਸੋ ਮੁੱਖ ਕੰਮ ਕੀ ਸੀ, ਮੁੱਖ ਉਦੇਸ਼ ਕੀ ਸੀ? ਸੈਨਿਕ ਸੰਗਠਨ ਨੂੰ ਮਜ਼ਬੂਤ ਕਰਨਾ। ਔਰ ਦੂਸਰਾ ਮਨਸਬਦਾਰੀ ਪ੍ਰਣਾਲੀ ਦਾ ਸੰਸਥਾਪਕ ਜਿਹੜਾ ਅਕਬਰ ਹੈ ਵੀ ਸਹੀ ਸੀ। ਔਰ ਇਹਦੇ ਵਿੱਚ ਜਾਤ ਅਤੇ ਸਵਾਰ ਜਿਹੜੇ ਅਹੁਦੇ ਸਨ ਜਾਂ ਪਦ ਸਨ ਜੀ, ਇਹ ਤਿੰਨੋਂ ਸਹੀ ਨੇ। ਆਰਥਿਕ ਸਥਿਤੀ ਨੂੰ ਸੁਧਾਰਨਾ ਜਿਹੜਾ ਉਹ ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਨਹੀਂ ਸੀ ਜੀ। ਕੁਐਸਚਨ ਨੰਬਰ 63 ਜੀ ਸਾਰੀ ਜ਼ਿੰਦਗੀ ਲੜ ਖੜਾਉਂਦੇ ਹੋਏ ਗੁਜ਼ਰੀ ਅਤੇ ਮੌਤ ਵੀ ਲੜ ਖੜਾ ਕੇ ਹੋਈ, ਕਿਹੜੇ ਮੁਗਲ ਬਾਦਸ਼ਾਹ ਬਾਰੇ ਕਿਹਾ ਜਾਂਦਾ ਹੈ ਜੀ? ਸਹੀ ਆਨਸਰ ਆਪਾਂ ਕਰ ਹੀ ਚੁੱਕੇ ਹਾਂ ਜੀ ਹਮਾਯੂ ਨੂੰ, ਕਿਉਂਕਿ ਪੌੜੀਆਂ ਤੋਂ ਡਿੱਗਣ ਨਾਲ ਮੌਤ ਹੋਈ ਸੀ। ਔਰ ਜਿਹੜਾ ਸ਼ਾਸਨ ਪ੍ਰਬੰਧ ਹੈ ਉਹ ਵੀ ਸ਼ੇਰ ਸ਼ਾਹ ਸੂਰੀ ਨੇ ਤਾਂ ਵਿਗਾੜਿਆ ਹੋਇਆ ਸੀ, ਕਦੇ ਜਿੱਤ ਗਿਆ ਅਤੇ ਕਦੇ ਹਾਰ ਗਿਆ ਜੀ। ਕੁਐਸਚਨ ਨੰਬਰ 64 ਹੈ ਜੀ ਜ਼ਕਾਤ ਕਰ ਕਿਸ ਤਰ੍ਹਾਂ ਦਾ ਕਰ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਧਾਰਮਿਕ ਕਰ ਸੀ। ਔਰ ਜ਼ਕਾਤ ਜਿਹੜਾ ਹੈ ਆਮਦਨ ਦਾ 40ਵਾਂ ਹਿੱਸਾ ਲਿਆ ਜਾਂਦਾ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 65, ਮਹਾਭਾਰਤ ਦਾ ਫਾਰਸੀ ਵਿੱਚ ਅਨੁਵਾਦ ਅਤੇ ਚਿਤਰਨ ਕਿਸ ਮੁਗਲ ਬਾਦਸ਼ਾਹ ਨੇ ਜਿਹੜਾ ਹੈ ਕਰਵਾਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਅਕਬਰ ਨੇ ਜੀ।
ਇਸ ਤੋਂ ਇਲਾਵਾ ਰਮਾਇਣ, ਬਾਬਰਨਾਮਾ, ਰਾਜ ਤਰੰਗਣੀ, ਪੰਚਤੰਤਰ ਤੇ ਅਰਥਵੇਦ ਦਾ ਅਨੁਵਾਦ ਵੀ ਕਰਾਇਆ ਸੀ ਜੀ। ਕੁਐਸਚਨ ਨੰਬਰ 66 ਹੈ ਜੀ, ਦਿੱਲੀ ਸਲਤਨਤ ਅਤੇ ਮੁਗਲ ਵੰਸ਼ ਵਿੱਚ ਕੀ ਸਮਾਨਤਾ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਇਸਲਾਮ ਧਰਮ ਦਾ ਪ੍ਰਚਾਰ ਕੀਤਾ ਜੀ। ਦੋਨਾਂ ਨੇ ਇਸਲਾਮ, ਦਿੱਲੀ ਸਲਤਨਤ ਨੇ ਵੀ ਔਰ ਮੁਗਲ ਵੰਸ਼ ਨੇ ਵੀ, ਇਹ ਸਮਾਨਤਾ ਸੀ ਜੀ। ਰੁਪਈਆ ਯਾਦ ਰੱਖਣਾ ਚਾਂਦੀ ਦਾ ਸਿੱਕਾ ਸੀ ਜੀ, ਚਾਂਦੀ ਦਾ ਸੀ। ਤਾਂਬੇ ਦੇ ਸਿੱਕੇ ਨੂੰ ਦਾਮ, ਔਰ ਇਹ ਜਿਹੜਾ ਇਲਾਹੀ ਉਹ ਸੋਨੇ ਦਾ ਸਿੱਕਾ ਸੀ ਜੀ। ਅਤੇ ਰਾਮ ਅਤੇ ਸੀਤਾ ਦੀਆਂ ਫੋਟੋਆਂ ਜਿਹੜੀਆਂ ਉਹਦੇ ਉੱਪਰ ਚਿੱਤਰ ਵਾਲੇ ਸਿੱਕੇ ਸੀ ਜੀ। ਰਾਮ, ਜੇਕਰ ਪੁੱਛਿਆ ਜਾਏ ਕਿ ਕਿਸ ਦੇ ਚਿੱਤਰ ਸੀ, ਰਾਮ ਅਤੇ ਸੀਤਾ ਦੇ ਚਿੱਤਰ ਵਾਲੇ ਸਿੱਕੇ ਸੀ ਜੀ। ਕੁਐਸਚਨ ਨੰਬਰ 71 ਹੈ ਜੀ, ਕਿਹੜੇ ਸਮਕਾਲੀ ਲੇਖਕ ਨੇ ਅਕਬਰ ਦੇ ਇਸਲਾਮ ਧਰਮ ਨੂੰ ਨਸ਼ਟ ਕਰਨ ਦਾ ਦੋਸ਼ ਲਾਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, ਬਦੌਨੀ ਨੇ ਜੀ, ਕਿਉਂਕਿ ਉਦਾਰ ਨੀਤੀ ਸੀ ਕਾਫੀ ਧਰਮ ਪੱਖੋਂ, ਇਸ ਕਰਕੇ ਦੋਸ਼ ਲਾਇਆ ਜਾਂਦਾ। ਕੁਐਸਚਨ ਨੰਬਰ 72, ਕਿਹੜੇ ਮੁਗਲ ਸ਼ਾਸਕ ਨੇ ਆਪਣੀ ਡਾਇਰੀ ਵਿੱਚ ਭਾਰਤ ਦੀ ਬਨਸਪਤੀ, ਜੀਵ ਜੰਤੂਆਂ, ਰੁੱਖਾਂ ਅਤੇ ਫਲਾਂ ਦਾ ਜ਼ਿਕਰ ਕੀਤਾ ਜੀ? ਆਨਸਰ ਆਏਗਾ ਜੀ ਆਪਸ਼ਨ ਸੀ, ਔਰੰਗਜ਼ੇਬ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 73, ਪਾਣੀਪਤ ਦੀ ਲੜਾਈ ਸਮੇਂ ਮੁਗਲ ਬਾਦਸ਼ਾਹ ਕੌਣ ਸੀ ਜੀ? ਪਾਣੀਪਤ ਦੀ ਤੀਜੀ ਲੜਾਈ ਦੱਸਣੀ ਜੀ, ਤੀਜੀ ਲੜਾਈ ਦੇ ਸਮੇਂ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਸ਼ਾਹ ਆਲਮ ਦੂਸਰਾ ਜੀ। ਸੋ ਪਾਣੀਪਤ ਦੀ ਤੀਸਰੀ ਲੜਾਈ ਦੇ ਸਮੇਂ ਜਿਹੜਾ ਹੈ ਸ਼ਾਹ ਆਲਮ ਦੂਸਰਾ ਮੁਗਲ ਬਾਦਸ਼ਾਹ ਸੀ। ਔਰ ਕਦੋਂ ਹੋਈ? 1761 ਈਸਵੀ ਦੇ ਵਿੱਚ, ਮਰਾਠਿਆਂ ਤੇ ਅਹਿਮਦ ਸ਼ਾਹ ਅਬਦਾਲੀ ਦੇ ਵਿੱਚ, ਔਰ ਅਬਦਾਲੀ ਦਾ ਇਹ 5ਵਾਂ ਹਮਲਾ ਸੀ ਜੀ। ਕੁਐਸਚਨ ਨੰਬਰ 74 ਹੈ ਜੀ, ਬਲਖ ਅਭਿਆਨ ਦਾ ਸੰਬੰਧ ਕਿਹੜੇ ਮੁਗਲ ਸ਼ਾਸਕ ਨਾਲ ਸੀ? ਸਹੀ ਆਨਸਰ ਆਏਗਾ ਜੀ ਆਪਸ਼ਨ ਏ ਜੀ, ਸ਼ਾਹਜਹਾਂ ਦੇ ਨਾਲ ਜੀ। ਔਰ 1640 ਈਸਵੀ ਦੇ ਵਿੱਚ ਉਸਨੇ ਸ਼ੁਰੂ ਕੀਤਾ ਸੀ ਜੀ ਬਲਖ ਅਭਿਆਨ। ਔਰ ਖੈਬਰ ਦਰੇ ਨੇੜੇ ਅਫਗਾਨੀ ਕਬੀਲਿਆਂ ਦੇ ਵਿਦਰੋਹ 'ਤੇ ਕੰਟਰੋਲ ਕਰਨ ਦੇ ਲਈ ਇਹ ਜਿਹੜਾ ਹੈ ਸ਼ੁਰੂ ਕੀਤਾ ਸੀ ਬਲਖ ਅਭਿਆਨ, ਪਰ ਅਸਫਲ ਰਿਹਾ ਸ਼ਾਹਜਹਾਂ। ਕੁਐਸਚਨ ਨੰਬਰ 75 ਹੈ ਜੀ, ਤੁਰਕਾਂ, ਮੰਗੋਲਾਂ, ਉਜ਼ਬੇਕਾਂ, ਇਰਾਕੀਆਂ ਅਤੇ ਅਫਗਾਨਾਂ ਨਾਲ ਯੁੱਧ ਕਰਨ ਦਾ ਅਨੁਭਵ ਕਿਸ ਕੋਲ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਬਾਬਰ ਦੇ ਕੋਲ ਸੀ। ਬਾਬਰ ਨੇ ਇਹਨਾਂ ਸਾਰਿਆਂ ਦੇ ਨਾਲ ਲੜਿਆ ਹੋਇਆ ਸੀ ਜੀ, ਤੁਰਕਾਂ ਨਾਲ ਵੀ, ਮੰਗੋਲਾਂ ਨਾਲ, ਉਜ਼ਬੇਕਾਂ ਨਾਲ, ਇਰਾਕੀਆਂ ਨਾਲ ਅਤੇ ਅਫਗਾਨੀਆਂ ਨਾਲ। ਕੁਐਸਚਨ ਨੰਬਰ 76 ਹੈ ਜੀ, ਮੁਗਲ ਕਾਲ ਵਿੱਚ ਵਪਾਰੀਆਂ ਨੂੰ ਕਿਹੜੀ ਵਸਤੂ ਨਿਰਯਾਤ ਕਰਨ ਦੀ ਆਗਿਆ ਨਹੀਂ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, ਚਾਂਦੀ ਬਾਹਰ ਨਹੀਂ ਸੀ ਭੇਜ ਸਕਦੇ। ਔਰ ਕੀ ਜਿਹੜਾ ਹੈ ਨਿਰਯਾਤ ਕਰਦੇ ਸੀ, ਕੀ ਯਾਦ ਕਰਦੇ ਸੀ? ਤਾਂ ਨਿਰਯਾਤ ਕਰਦੇ ਸੀ ਜੀ ਸੂਤੀ ਅਤੇ ਰੇਸ਼ਮੀ ਕੱਪੜਾ, ਉੱਨੀ ਸ਼ਾਲਾਂ, ਨੀਲ, ਅਫੀਮ, ਉੱਨ, ਚੀਨੀ, ਲੂਣ, ਗਰਮ ਮਸਾਲੇ ਅਤੇ ਦਵਾਈਆਂ। ਨਿਰਯਾਤ ਯਾਨੀ ਕਿ ਬਾਹਰ ਭੇਜੀਆਂ ਜਾਂਦੀਆਂ ਸੀ, ਐਕਸਪੋਰਟ ਕੀਤੀਆਂ ਜਾਂਦੀਆਂ ਸੀ ਇਹ ਚੀਜ਼ਾਂ। ਆਯਾਤ ਯਾਨੀ ਕਿ ਬਾਹਰੋਂ ਮੰਗਵਾਇਆ ਜਾਂਦਾ ਸੀ ਕੀ ਵਧੀਆ ਨਸਲ ਦੇ ਘੋੜੇ, ਸੋਨਾ, ਚਾਂਦੀ, ਹੀਰੇ, ਜਵਾਹਰਾਤ, ਚੀਨੀ, ਸ਼ੀਸ਼ੇ, ਬਰਤਨ ਅਤੇ ਸੈਂਟ ਵਗੈਰਾ ਔਰ ਵਿਲਾਸਤਾ ਦਾ ਜਿਹੜਾ ਸਮਾਨ ਹੈ ਉਹ ਬਾਹਰੋਂ ਮੰਗਵਾਇਆ ਜਾਂਦਾ ਸੀ ਜੀ। ਇਹਦੇ 'ਤੇ ਇਕੱਲਾ ਕੁਐਸਚਨ ਆ ਸਕਦਾ ਕੀ ਬਾਹਰੋਂ ਮੰਗਵਾਇਆ ਜਾਂਦਾ ਸੀ ਜਾਂ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਬਾਹਰੋਂ ਮੰਗਵਾਈ ਜਾਂਦੀ ਸੀ। ਤਾਂ ਯਾਦ ਰੱਖਣਾ ਕਿ ਜਿਹੜੀਆਂ ਇੰਪੋਰਟੈਂਟ ਜਿਹੀਆਂ ਚੀਜ਼ਾਂ ਸੀ, ਵਧੀਆ ਨਸਲ ਦੇ ਘੋੜੇ, ਸੋਨਾ, ਚਾਂਦੀ, ਹੀਰੇ, ਮਤਲਬ ਮਹਿੰਗੀਆਂ ਚੀਜ਼ਾਂ ਜਿਹੜੀਆਂ ਸੀ ਉਹ ਬਾਹਰੋਂ ਮੰਗਵਾਈਆਂ ਜਾਂਦੀਆਂ ਸੀ। ਔਰ ਕੱਪੜਾ ਵਗੈਰਾ, ਉੱਨੀ ਸ਼ਾਲਾਂ, ਕੱਪੜੇ ਨਾਲ ਸੰਬੰਧਿਤ ਚੀਜ਼ਾਂ, ਔਰ ਨੀਲ, ਅਫੀਮ, ਚੀਨੀ, ਲੂਣ, ਗਰਮ ਮਸਾਲੇ ਵਗੈਰਾ ਜਿਹੜੇ ਨੇ ਉਹ ਬਾਹਰ ਭੇਜੇ ਜਾਂਦੇ ਸੀ। ਕੁਐਸਚਨ ਨੰਬਰ ਹੈ ਜੀ 77, ਆਪਣੇ ਨਿੱਜੀ ਖਰਚ ਲਈ ਸਰਕਾਰੀ ਖਜ਼ਾਨੇ ਤੋਂ ਧਨ ਨਾ ਲੈ ਕੇ ਟੋਪੀਆਂ ਸਿਉਂਦਾ ਅਤੇ ਕੁਰਾਨ ਦੀਆਂ ਕਾਪੀਆਂ ਤਿਆਰ ਕਰਨ ਵਾਲਾ ਮੁਸਲਿਮ ਸ਼ਾਸਕ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਔਰੰਗਜ਼ੇਬ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 76, ਬਹਾਦਰ ਸ਼ਾਹ ਤੋਂ ਚਿਤੌੜ ਨੂੰ ਬਚਾਉਣ ਲਈ ਰਾਜਪੂਤ ਰਾਣੀ ਕਰਨਵਤੀ ਨੇ ਕਿਸ ਨੂੰ ਰੱਖੜੀ ਭੇਜੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਹਮਾਯੂੰ ਨੂੰ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 77, ਪਾਣੀਪਤ ਦੀ ਪਹਿਲੀ ਲੜਾਈ ਵਿੱਚ ਭਾਗ ਲੈਣ ਵਾਲੇ ਸੈਨਿਕ ਅਧਿਕਾਰੀ ਸਨ? ਆਪਸ਼ਨ ਹੈ ਜੀ ਬਾਬਰ ਅਤੇ ਇਬਰਾਹਿਮ ਲੋਧੀ, ਬੀ ਹੈ ਜੀ ਸੁਲਤਾਨ ਮਿਰਜ਼ਾ ਅਤੇ ਹਮਾਯੂੰ, ਸੀ ਹੈ ਜੀ ਉਸਤਾਦ ਅਲੀ ਅਤੇ ਮੁਸਤਫਾ, ਡੀ ਹੈ ਜੀ ਉਪਰੋਕਤ ਸਾਰੇ ਜੀ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਉਪਰੋਕਤ ਸਾਰੇ ਜੀ। ਸੋ ਸੁਲਤਾਨ ਮਿਰਜ਼ਾ ਮੁੱਖ ਸੈਨਿਕ ਸੀ ਜੀ, ਉਸਤਾਦ ਅਲੀ ਅਤੇ ਮੁਸਤਫਾ ਜਿਹੜੇ ਤੋਪਚੀ ਸੀ ਜੀ ਬਾਬਰ ਦੇ। ਕੁਐਸਚਨ ਨੰਬਰ ਅੱਗੇ 78 ਹੈ ਜੀ ਆਪਣਾ, ਅਕਬਰ ਦੁਆਰਾ ਸਥਾਪਿਤ ਦੀਨ-ਏ-ਇਲਾਹੀ ਧਰਮ ਦੇ ਨਿਯਮਾਂ ਵਿੱਚ ਕਿਹੜੀ ਸਮਾਜਿਕ ਬੁਰਾਈ ਦਾ ਜ਼ਿਕਰ ਕੀਤਾ ਗਿਆ ਹੈ?
ਸਹੀ ਆਨਸਰ ਆਏਗਾ ਆਪਸ਼ਨ ਏ ਜੀ। ਬਾਲ ਵਿਆਹ ਜਿਹੜੀ ਬੁਰਾਈ ਸੀ ਉਹਦਾ ਜ਼ਿਕਰ ਕੀਤਾ ਗਿਆ, 1582 ਦੇ ਵਿੱਚ ਇਹ ਚਲਾਇਆ ਸੀ ਜੀ ਦੀਨ ਇਲਾਹੀ। ਕੁਐਸਚਨ ਨੰਬਰ 79, ਸੰਗੀਤ ਤੇ ਚਿੱਤਰਕਲਾ ਨੂੰ ਨਫ਼ਰਤ ਕਰਨ ਵਾਲਾ ਖੁਦ ਇੱਕ ਵੀਣਾ ਵਾਦਕ ਸੀ ਜੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ। ਖੁਦ ਨਫ਼ਰਤ ਕਰਦਾ ਸੀ ਪਰ ਖੁਦ ਇੱਕ ਵੀਣਾ ਵਾਦਕ ਸੀ ਜੀ ਔਰੰਗਜ਼ੇਬ। ਸੰਗੀਤ ਨਾਚ ਤੇ ਜਿਹੜਾ ਸੰਗੀਤ ਤੇ ਨਾਚ ਨੂੰ ਇਸਲਾਮ ਦੇ ਵਿਰੁੱਧ ਸਮਝਦਾ ਸੀ। ਕੁਐਸਚਨ ਨੰਬਰ 80 ਹੈ ਜੀ, ਬੈਰਮ ਖਾਨ ਦੀ ਮੌਤ ਤੋਂ ਬਾਅਦ ਅਕਬਰ ਕਿਸ ਦੇ ਪ੍ਰਭਾਵ ਹੇਠ ਰਿਹਾ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ, ਮਹਾਮੰਗਾ। ਸੋ ਮਹਾਮੰਗਾ ਦੇ ਪ੍ਰਭਾਵ ਹੇਠ ਰਿਹਾ ਜੀ ਅਕਬਰ। ਕਦੋਂ ਤੋਂ ਕਦੋਂ ਤੱਕ? ਲੈ ਕੇ ਬੈਰਮ ਖਾਨ ਦੀ ਮੌਤ ਤੋਂ ਬਾਅਦ 1560 ਤੋਂ ਲੈ ਕੇ 64 ਤੱਕ ਜੀ। ਔਰ ਇਸ ਸਮੇਂ ਨੂੰ ਪੇਟੀਕੋਟ ਸਰਕਾਰ ਵੀ ਕਿਹਾ ਜਾਂਦਾ ਹੈ। ਔਰ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਇੱਕੋ ਇੱਕ ਔਰਤ ਹੈ ਜੀ ਮਹਾਮੰਗਾ। ਕੁਐਸਚਨ ਨੰਬਰ 81, ਅਕਬਰ ਦੇ ਦਰਬਾਰ ਵਿੱਚ 9 ਰਤਨਾਂ ਵਿੱਚ ਕੌਣ ਨਹੀਂ ਸੀ ਜੀ ਇਹਨਾਂ ਦੇ ਵਿੱਚੋਂ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਖਵਾਜਾ ਅਬਦੁਸਤ ਸਦਮ ਜਿਹੜਾ ਨਹੀਂ ਸੀ ਜੀ। 9 ਰਤਨ ਕਿਹੜੇ ਕਿਹੜੇ ਸੀ ਜੀ? ਮੁੱਲਾ ਦੋ ਪਿਆਜ਼ਾ ਹੋ ਗਿਆ, ਹਕੀਮ ਹਮਾਦ ਹੋ ਗਿਆ, ਇਸ ਤੋਂ ਇਲਾਵਾ ਅਬਦੁਰ ਰਹੀਮ ਖਾਨ ਖਾਨਾ, ਤਾਨਸੇਨ, ਟੋਡਰਮਲ, ਬੀਰਬਲ, ਰਾਜਾ ਮਾਨ ਸਿੰਘ, ਅਬੁਲ ਫਜ਼ਲ ਅਤੇ ਫੈਜੀ ਜੀ। ਇਹ 9 ਰਤਨਾਂ ਦੇ ਵਿੱਚ ਸ਼ਾਮਲ ਸੀ। 2 ਇਹ ਹੋ ਗਏ, 7 ਇਹ ਹੋ ਗਏ। ਕੁਐਸਚਨ ਨੰਬਰ 82, ਕਿਸ ਮੁਗਲ ਸ਼ਾਸਕ ਨੇ ਜਜ਼ੀਆ ਕਰ ਜਿਹੜਾ ਬੰਦ ਕੀਤਾ ਸੀ ਜੀ? ਜਜ਼ੀਆ ਇੱਕ ਧਾਰਮਿਕ ਕਰ ਸੀ ਜੋ ਹਿੰਦੂਆਂ 'ਤੇ ਲਾਇਆ ਜਾਂਦਾ ਸੀ ਜੀ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਬੀ ਅਤੇ ਸੀ ਜੀ, ਬੀ ਅਤੇ ਸੀ। ਯਾਨੀ ਕਿ ਅਕਬਰ ਅਤੇ ਬਹਾਦਰ ਸ਼ਾਹ ਪਹਿਲੇ ਨੇ ਜਿਹੜਾ ਹੈ ਜਜ਼ੀਆ ਕਰ ਬੰਦ ਕੀਤਾ। ਸ਼ੁਰੂਆਤ ਇਸ ਦੀ ਕੀਤੀ ਸੀ ਮੁਹੰਮਦ ਬਿਨ ਕਾਸਿਮ ਨੇ, ਔਰ ਉਸ ਤੋਂ ਬਾਅਦ ਬਾਬਰ ਨੇ, ਔਰੰਗਜ਼ੇਬ ਨੇ ਲਾਇਆ। ਔਰ ਜਜ਼ੀਆ ਦੇਣ ਵਾਲੇ ਨੂੰ ਜਿੰਮੀ ਕਿਹਾ ਜਾਂਦਾ ਸੀ। ਔਰ ਜਜ਼ੀਆ ਦੀ ਇੱਕ ਹੋਰ ਸੀ ਕਿ ਬ੍ਰਾਹਮਣ, ਸਾਧੂ ਸੰਤਾਂ, ਬੱਚੇ ਅਤੇ ਇਸਤਰੀ ਤੋਂ ਨਹੀਂ ਸੀ ਲਿਆ ਜਾਂਦਾ ਜੀ। ਔਰ ਬ੍ਰਾਹਮਣਾਂ 'ਤੇ ਜਜ਼ੀਆ ਕਰ ਲਾਉਣ ਵਾਲਾ ਕੌਣ ਸੀ? ਫਿਰੋਜ਼ ਤੁਗਲਕ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 83, ਔਰੰਗਜ਼ੇਬ ਦੇ ਸਾਮਰਾਜ ਵਿੱਚ ਕਿਹੜਾ ਵਿਦਰੋਹ ਨਹੀਂ ਹੋਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਮਰਾਠਾ ਵਿਦਰੋਹ ਨਹੀਂ ਹੋਇਆ ਔਰੰਗਜ਼ੇਬ ਦੇ ਸਾਮਰਾਜ ਦੇ ਵਿੱਚ। ਸੋ ਕਿਹੜੇ ਕਿਹੜੇ ਹੋਏ? ਜਾਟ ਵਿਦਰੋਹ ਹੋਇਆ ਜੀ 1669 ਵਿੱਚ ਮਥੁਰਾ ਦਿੱਲੀ ਦੇ ਨੇੜੇ। ਸਿੱਖ ਵਿਦਰੋਹ ਹੋਇਆ ਜੀ 1675 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਮੌਤ ਤੋਂ ਬਾਅਦ ਜਿਹੜਾ ਹੈ ਸ਼ਹੀਦ ਕੀਤਾ ਉਹਨਾਂ ਨੂੰ। ਤਾਂ ਉਸ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਅਫਗਾਨ ਵਿਦਰੋਹ 1667 ਉੱਤਰ ਪੱਛਮੀ ਪ੍ਰਾਂਤ ਦੇ ਵਿੱਚ। ਸਤਨਾਮੀ ਵਿਦਰੋਹ ਹੋਇਆ 1669 ਵਿੱਚ ਦਿੱਲੀ ਨੇੜੇ। ਨਾਰਨੌਲਚਰ ਅਮੋਹ ਵਿਦਰੋਹ ਹੋਇਆ ਜੀ 1661 ਈਸਵੀ ਦੇ ਵਿੱਚ ਬੰਗਾਲ ਦੇ ਵਿੱਚ। ਇਕੱਲੇ ਬਾਰੇ ਇੱਥੇ ਜਿਹੜਾ ਕੁਐਸਚਨ ਆ ਸਕਦਾ ਹੈ ਕਿ ਜਾਟ ਵਿਦਰੋਹ ਕਦੋਂ ਹੋਇਆ? 1669 ਦੇ ਵਿੱਚ। ਕਿੱਥੇ ਹੋਇਆ? ਮਥੁਰਾ ਦਿੱਲੀ ਦੇ ਨੇੜੇ। ਸਿੱਖ ਵਿਦਰੋਹ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ 'ਚ ਹੋਇਆ। ਅਫਗਾਨ 1667 ਈਸਵੀ ਵਿੱਚ ਉੱਤਰ ਪੱਛਮੀ ਪ੍ਰਾਂਤ ਦੇ ਵਿੱਚ। ਸਤਨਾਮੀ ਵੀ 1669 ਈਸਵੀ ਦੇ ਵਿੱਚ ਦਿੱਲੀ ਨੇੜੇ। ਇਸ ਤਰ੍ਹਾਂ ਜਿਹੜਾ ਅਮੋਹ ਵਿਦਰੋਹ ਬਾਰੇ ਪੁੱਛਿਆ ਜਾ ਸਕਦਾ ਕਿੱਥੇ ਹੋਇਆ? ਬੰਗਾਲ ਦੇ ਵਿੱਚ। ਕਦੋਂ ਹੋਇਆ? 1661 ਈਸਵੀ ਦੇ ਵਿੱਚ। ਕੁਐਸਚਨ ਨੰਬਰ 84 ਹੈ ਜੀ, ਕਿਹੜੇ ਮੁਗਲ ਬਾਦਸ਼ਾਹ ਨੇ ਮੱਧ ਏਸ਼ੀਆ ਅਤੇ ਈਰਾਨ ਦੇ ਇਲਾਕੇ ਜਿੱਤਣ ਲਈ ਸੈਨਾ ਭੇਜੀ ਪਰ ਅਸਫਲ ਰਿਹਾ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਸ਼ਾਹਜਹਾਂ ਜੀ। ਅਗਲਾ ਕੁਐਸਚਨ ਹੈ ਜੀ 85 ਨੰਬਰ, ਜਹਾਂਗੀਰ ਦੇ ਸਮੇਂ ਕਿਸ ਤਰ੍ਹਾਂ ਦੀ ਚਿੱਤਰਕਲਾ ਜਿਹੜੀ ਹੈ ਵਿਕਸਿਤ ਹੋਈ ਜੀ? ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਬੀ, ਟਰਾਸਕੋ ਪੇਂਟਿੰਗ ਜਿਹੜੀ ਹੈ ਉਹ ਜਹਾਂਗੀਰ ਦੇ ਸਮੇਂ ਵਿਕਸਿਤ ਹੋਈ ਜੀ। ਔਰ ਖੁਦ ਇੱਕ ਕੁਸ਼ਲ ਚਿੱਤਰਕਾਰ ਸੀ ਜੀ ਜਹਾਂਗੀਰ। ਕੁਐਸਚਨ ਨੰਬਰ 86, ਪਾਣੀਪਤ ਦੀ ਪਹਿਲੀ ਲੜਾਈ ਦੀ ਯੋਜਨਾਬੰਦੀ ਬਾਬਰ ਨੇ ਹੋਰ ਕਿਹੜੇ ਯੁੱਧ ਵਿੱਚ ਪ੍ਰਯੋਗ ਦੇ ਵਿੱਚ ਲਿਆਂਦੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਖਾਨਵਾ, ਜਿਹਨੂੰ ਕਾਨਵਾ ਦਾ ਯੁੱਧ ਕਹਿੰਦੇ ਨੇ, ਉਸ ਦੇ ਵਿੱਚ ਜੀ। ਔਰ ਇਸ ਦੇ ਵਿੱਚ ਯੋਜਨਾ ਕੀ ਸੀ? ਤੋਪਾਂ ਦੀ ਵਰਤੋਂ, ਖਾਈਆਂ ਬਣਾਉਣੀਆਂ, ਮੋਰਚੇ ਅਤੇ ਤੁਗਲਮਾ ਪਾਰਟੀਆਂ ਦਾ ਪ੍ਰਯੋਗ ਕਰਨਾ ਜੀ। ਔਰ 1527 ਵਿੱਚ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੂੰ ਹਰਾਇਆ ਸੀ ਜੀ ਖਾਨਵਾ ਦੀ ਲੜਾਈ ਦੇ ਵਿੱਚ, ਇਸੇ ਯੋਜਨਾਬੰਦੀ ਦੇ ਨਾਲ ਬਾਬਰ ਨੇ ਜੀ। ਕੁਐਸਚਨ ਨੰਬਰ 87 ਜੀ, ਕਿਹੜੇ ਮੁਗਲ ਸਾਮਰਾਜ ਦੀ ਦੱਖਣ ਨੀਤੀ ਜਿਹੜੀ ਹੈ ਅਸਫਲ ਰਹੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਔਰੰਗਜ਼ੇਬ ਦੀ ਜੀ। 25 ਸਾਲ ਜਿਹੜਾ ਹੈ ਦੱਖਣ ਦੇ ਵਿੱਚ ਰਿਹਾ ਜੀ।
ਕਈ ਵਾਰੀ ਕੁਐਸਚਨ ਆ ਜਾਂਦਾ ਕਿ ਕਿਸ ਮੁਗਲ ਸਾਮਰਾਟ ਨੂੰ ਜਿਹੜਾ ਹੈ ਦੱਖਣ ਦਾ ਸਮਰਾਟ ਕਿਹਾ ਜਾਂਦਾ, ਤਾਂ ਔਰੰਗਜ਼ੇਬ ਨੂੰ ਹੀ ਕਿਹਾ ਜਾਂਦਾ। 88 ਨੰਬਰ ਕੁਐਸਚਨ ਹੈ ਜੀ, ਕਿੰਗ ਮੇਕਰ ਦੇ ਨਾਮ ਨਾਲ ਜਾਣੇ ਜਾਂਦੇ ਨੇ, ਤਾਂ ਉਹ ਨੇ ਜੀ ਸੈਯਦ ਭਰਾ ਜੀ। ਸੋ ਦੋ ਭਰਾ ਸੀ ਜੀ ਸੈਯਦ ਭਰਾ, ਸੈਯਦ ਅਬਦੁੱਲਾ ਖਾਂ ਅਤੇ ਸੈਯਦ ਹੁਸੈਨ ਅਲੀ ਖਾਂ ਜੀ, ਜਿਨ੍ਹਾਂ ਨੇ ਫਰਖੂਸੀਅਰ, ਰਫੀਉਦ ਦਰਜਾਤ, ਰਫੀਉਦੌਲਾ, ਮੁਹੰਮਦ ਸ਼ਾਹ ਇਹਨਾਂ ਨੂੰ ਜਿਹੜਾ ਬਾਦਸ਼ਾਹ ਬਣਾਉਣ ਦੇ ਵਿੱਚ ਭੂਮਿਕਾ ਨਿਭਾਈ ਜੀ। ਕੁਐਸਚਨ ਨੰਬਰ 89 ਹੈ ਜੀ, ਮੁਗਲ ਕਾਲ ਵਿੱਚ ਬਾਦਸ਼ਾਹ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਕਿਹੜਾ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਏ ਜੀ ਵਕੀਲ, ਜਿਹਨੂੰ ਆਪਾਂ ਪ੍ਰਧਾਨ ਮੰਤਰੀ ਜਾਂ ਵਜ਼ੀਰ ਕਹਿ ਸਕਦੇ ਹਾਂ। ਕੁਐਸਚਨ ਨੰਬਰ 90 ਹੈ ਜੀ, ਕਿਹੜੇ ਵਿਦੇਸ਼ੀ ਯਾਤਰੀ ਨੇ ਦਾਰਾ ਸ਼ਕੋ ਦੀ ਸੈਨਾ ਦੇ ਵਿੱਚ ਕੰਮ ਕੀਤਾ ਜੀ? ਆਓ ਸੀ ਜੀ ਆਪਸ਼ਨ ਦਾਰਾ ਸ਼ਕੋ ਕੌਣ ਸੀ? ਔਰੰਗਜ਼ੇਬ ਦਾ ਭਰਾ ਸੀ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਮਨੂਚੀ ਜੀ। ਮਨੂਚੀ ਜੋ ਕਿ ਇਟਲੀ ਦਾ ਸੀ ਔਰ 1653 ਈਸਵੀ ਦੇ ਵਿੱਚ ਭਾਰਤ ਆਇਆ ਸੀ ਜੀ। ਉਸਨੇ ਦਾਰਾ ਸ਼ਕੋ ਦੀ ਸੈਨਾ ਦੇ ਵਿੱਚ ਕੰਮ ਕੀਤਾ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 91, ਯਾਬੂ, ਤਾਜੀ, ਜੰਗਲਾ ਆਦਿ ਮੁਗਲ ਕਾਲ ਵਿੱਚ ਕਿਸ ਦੀਆਂ ਕਿਸਮਾਂ ਸਨ ਜੀ? ਤਾਂ ਇਹ ਕਿਸਮਾਂ ਨੇ ਜੀ ਆਪਸ਼ਨ ਬੀ ਘੋੜਿਆਂ ਦੀਆਂ। ਸੋ ਘੋੜਿਆਂ ਦੀਆਂ ਅਬੁਲ ਫਜ਼ਲ ਨੇ 7 ਉਸ ਸਮੇਂ ਦੀਆਂ ਕਿਸਮਾਂ ਦੱਸੀਆਂ ਨੇ ਜੀ, ਤੁਰਾਨੀ, ਈਰਾਨੀ, ਅਰਬੀ ਤਾਂ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਜੀ, ਤੁਰਾਨੀ ਈਰਾਨੀ ਵੀ ਨੇ, ਮੁਜੰਨਸ, ਯਾਬੂ, ਤਾਜੀ ਅਤੇ ਜੰਗਲਾ। ਸੋ ਇਹ 7 ਕਿਸਮਾਂ ਦੱਸੀਆਂ ਨੇ ਅਬੁਲ ਫਜ਼ਲ ਨੇ ਘੋੜਿਆਂ ਦੀਆਂ। ਕੁਐਸਚਨ ਨੰਬਰ 92, ਮੁਗਲ ਕਾਲ ਵਿੱਚ ਕਿਹੜਾ ਅਹੁਦਾ ਆਧੁਨਿਕ ਡਿਪਟੀ ਕਮਿਸ਼ਨਰ ਦੇ ਬਰਾਬਰ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਮਨਸਬਦਾਰ ਦਾ ਜੀ। ਕੁਐਸਚਨ ਨੰਬਰ 93 ਆ ਜੀ, ਕਿਹੜੇ ਮੁਗਲ ਸ਼ਾਸਕ ਨੇ 1000 ਸਾਲ ਪੁਰਾਣਾ ਇਸਲਾਮ ਦਾ ਇਤਿਹਾਸ ਲਿਖਵਾਇਆ ਜੀ? ਆਨਸਰ ਆਏਗਾ ਆਪਸ਼ਨ ਸੀ ਜੀ ਅਕਬਰ ਨੇ ਜੀ। ਨਕੀਫ ਖਾਂ, ਜਾਫਰ ਬੇਗ ਅਤੇ ਮੁੱਲਾ ਮੁਹੰਮਦ ਦੀ ਨਿਯੁਕਤੀ ਜਿਹੜੀ ਹੈ ਇਸ ਦੇ ਲਈ ਉਸਨੇ ਕੀਤੀ ਸੀ ਜੀ। ਕੁਐਸਚਨ ਨੰਬਰ 94 ਜੀ, ਮੁਗਲ ਸ਼ਾਸਕਾਂ ਵਿੱਚੋਂ ਸਭ ਤੋਂ ਅਯੋਗ ਸ਼ਾਸਕ ਸਿੱਧ ਹੋਇਆ? ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ ਫਰਖੂਸੀਅਰ, ਜੋ ਕਿ 1713 ਤੋਂ 19 ਤੱਕ ਜਿਹੜਾ ਹੈ ਸ਼ਾਸਕ ਰਿਹਾ ਜੀ। ਸੈਯਦ ਭਰਾਵਾਂ ਦੀ ਸਹਾਇਤਾ ਨਾਲ ਜਿਹੜਾ ਸਮਰਾਟ ਬਣਿਆ ਜੀ, ਔਰ ਬੰਦਾ ਬਹਾਦਰ ਨੂੰ ਸ਼ਹੀਦ ਕਰਨ ਵਾਲਾ ਵੀ ਜਿਹੜਾ ਉਹ ਫਰਖੂਸੀਅਰ ਹੈ ਜੀ। ਔਰ ਬਾਅਦ ਦੇ ਵਿੱਚ ਸੈਯਦ ਭਰਾਵਾਂ ਨੇ ਅੰਨਾ ਕਰਵਾ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਜੀ, ਔਰ ਉਸ ਤੋਂ ਬਾਅਦ ਜਿਹੜਾ ਰਫੀ ਉਦ ਦਰਜਾਤ ਜਿਹੜਾ ਉਹ ਸਮਰਾਟ ਬਣਿਆ ਜੀ। ਨੈਕਸਟ ਹੈ ਕੁਐਸਚਨ ਨੰਬਰ 95, ਮੁਗਲ ਸ਼ਾਸਕਾਂ ਨੇ ਜਨਤਾ ਨੂੰ ਮਾਨਵ ਰੂਪੀ ਭੇਡਾਂ ਤੋਂ ਚੰਗੇਰਾ ਨਹੀਂ ਸਮਝਿਆ, ਕਥਨ ਕਿਸ ਦਾ ਹੈ ਜੀ? ਆਨਸਰ ਆਏਗਾ ਆਪਸ਼ਨ ਏ ਜੀ ਜਾਦੂਨਾਥ ਸਰਕਾਰ ਦਾ ਜੀ। ਕੁਐਸਚਨ ਨੰਬਰ 96, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉੱਤਰਾਧਿਕਾਰੀ ਲਈ ਲੜਿਆ ਗਿਆ ਪਹਿਲਾ ਯੁੱਧ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਏ ਜਜਾਊ ਦਾ ਯੁੱਧ ਸੀ ਜੀ, ਜੋ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉੱਤਰਾਧਿਕਾਰ ਲਈ ਸਮਰਾਟ ਬਣਨ ਲਈ ਲੜਿਆ ਗਿਆ। 18 ਜੂਨ 1707 ਈਸਵੀ ਦੇ ਵਿੱਚ ਆਗਰਾ ਨੇੜੇ ਲੜਿਆ ਗਿਆ। ਸ਼ਹਿਜ਼ਾਦਾ ਮੁਅੱਜ਼ਮ ਨੇ ਸ਼ਹਿਜ਼ਾਦਾ ਆਜ਼ਮ ਨੂੰ ਹਰਾਇਆ ਸੀ ਅਤੇ ਬਹਾਦਰ ਸ਼ਾਹ ਦੇ ਨਾਮ ਦੇ ਨਾਲ ਸਿੰਘਾਸਨ 'ਤੇ ਬੈਠਾ ਸੀ। ਬਹਾਦਰ ਸ਼ਾਹ ਦਾ ਮੁੱਢਲਾ ਨਾਮ ਕੀ ਸੀ? ਸ਼ਹਿਜ਼ਾਦਾ ਮੁਅੱਜ਼ਮ ਜੀ। ਸ਼ਹਿਜ਼ਾਦਾ ਮੁਅੱਜ਼ਮ ਨੇ ਕਿਸ ਨੂੰ ਹਰਾਇਆ? ਸ਼ਹਿਜ਼ਾਦਾ ਆਜ਼ਮ ਨੂੰ। ਔਰ ਜੁਜਾਊ ਦਾ ਯੁੱਧ ਕਦੋਂ ਹੋਇਆ? 18 ਜੂਨ 1707 ਈਸਵੀ ਨੂੰ। ਕੁਐਸਚਨ ਨੰਬਰ 97 ਹੈ ਜੀ, ਕਿਹੜੇ ਮੁਗਲ ਬਾਦਸ਼ਾਹ ਦਾ ਜਨਮ ਭਾਰਤ ਤੋਂ ਬਾਹਰ ਹੋਇਆ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ ਬਾਬਰ ਅਤੇ ਹਮਾਯੂ ਦਾ ਜਿਹੜਾ ਜਨਮ ਹੈ ਉਹ ਭਾਰਤ ਤੋਂ ਬਾਹਰ ਹੋਇਆ ਜੀ। ਕੁਐਸਚਨ ਨੰਬਰ 98, ਮੁਗਲ ਕਾਲ ਵਿੱਚ ਸ਼ਾਹੀ ਟਕਸਾਲ ਦੀ ਸਥਾਪਨਾ ਜਿਹੜੀ ਕਿੱਥੇ ਕੀਤੀ ਗਈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਏ ਦਿੱਲੀ ਦੇ ਵਿੱਚ ਕੀਤੀ ਗਈ। ਕਿਸ ਨੇ ਕੀਤੀ? ਅਕਬਰ ਨੇ ਕੀਤੀ। ਕਦੋਂ ਕੀਤੀ ਮੁਗਲ ਕਾਲ ਦੇ ਵਿੱਚ ਟਕਸਾਲ ਦੀ ਸਥਾਪਨਾ? 1577 ਈਸਵੀ ਦੇ ਵਿੱਚ ਜੀ। ਔਰ 4 ਸੋਨੇ, 14 ਚਾਂਦੀ, 42 ਤਾਂਬੇ ਦੇ ਸਿੱਕੇ ਬਣਾਉਣ ਦੀਆਂ ਟਕਸਾਲਾਂ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਸੀ। ਕੁਐਸਚਨ ਨੰਬਰ 99 ਜੀ, ਹਿੰਦੁਸਤਾਨ ਦਾ ਨਿਰਣਾਇਕ ਯੁੱਧ ਕਿਹੜੇ ਯੁੱਧ ਨੂੰ ਕਿਹਾ ਜਾਂਦਾ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ ਤਰਾਇਨ ਦੀ ਦੂਜੀ ਲੜਾਈ, ਜੋ ਕਿ ਹੋਈ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿੱਚ। ਕਦੋਂ ਹੋਈ? 1192 ਦੇ ਵਿੱਚ। 2 ਲੜਾਈਆਂ ਹੋਈਆਂ ਨੇ ਜੀ ਤਰਾਇਨ ਦੀਆਂ। ਤਰਾਇਨ ਕੀ ਹੈ? ਤਰਾਵੜੀ ਹੈ, ਆਧੁਨਿਕ ਹਰਿਆਣੇ ਦੇ ਵਿੱਚ, ਉੱਥੇ ਹੋਈਆਂ ਸੀ। ਪਹਿਲੀ 1191 ਦੇ ਵਿੱਚ ਹੋਈ ਜੀ, ਜਿਸ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ ਹਰਾ ਦਿੱਤਾ ਸੀ। ਉਸ ਤੋਂ ਬਾਅਦ 92 ਦੇ ਵਿੱਚ ਜਿਹੜੀ ਹੋਈ, ਉਸ ਦੇ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ, ਔਰ ਇੱਕ
ਨਵਾਂ ਜਿਹੜਾ ਹੈ ਅੱਗੇ ਸੱਭਿਆਚਾਰ ਕਹਿ ਸਕਦੇ ਹਾਂ ਆਪਾਂ, ਜਾਂ ਇੱਕ ਨਵਾਂ ਸਾਮਰਾਜ ਦਾ ਵਿਸਥਾਰ ਹੋਇਆ, ਇਸ ਕਰਕੇ ਜਿਹੜਾ ਹਿੰਦੁਸਤਾਨ ਦਾ ਨਿਰਣਾਇਕ ਯੁੱਧ ਇਸ ਨੂੰ ਕਿਹਾ ਜਾਂਦਾ। ਕੁਐਸਚਨ ਨੰਬਰ 100 ਹੈ ਜੀ, ਮੁਗਲ ਵਸਤੂ ਕਲਾ ਦਾ ਮਿਸ਼ਰਣ ਕਾਹਦਾ ਹੈ ਜੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਭਾਰਤੀ ਤੇ ਈਰਾਨੀ ਸ਼ੈਲੀ ਕਲਾ ਦਾ ਮਿਸ਼ਰਣ ਹੈ ਜੀ। ਕੁਐਸਚਨ ਨੰਬਰ 101 ਹੈ ਜੀ, ਮੁਗਲਾਂ ਅਤੇ ਮਰਾਠਿਆਂ ਵਿਚਕਾਰ ਸੰਘਰਸ਼ ਕਿਸ ਦੇ ਸ਼ਾਸਨ ਕਾਲ ਤੋਂ ਸ਼ੁਰੂ ਹੋਇਆ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਸ਼ਾਹਜਹਾਂ ਦੇ ਕਾਲ ਤੋਂ ਜੀ। ਕੁਐਸਚਨ ਨੰਬਰ 102 ਹੈ ਜੀ, ਬਾਬਰ ਨੇ ਕਿਹੜੀ ਲੜਾਈ ਜਿੱਤਣ ਤੇ ਕਾਬਲ ਦੇ ਹਰੇਕ ਵਿਅਕਤੀ ਨੂੰ ਇੱਕ ਇੱਕ ਚਾਂਦੀ ਦਾ ਸਿੱਕਾ ਦਾਨ ਦੇ ਵਿੱਚ ਦਿੱਤਾ ਜੀ? ਖਨਵਾ ਦਾ ਯੁੱਧ, ਪਾਣੀਪਤ ਦਾ ਯੁੱਧ 1526 ਜਾਂ ਘਾਗਰਾ ਦਾ ਯੁੱਧ 1529 ਜੀ। ਆਨਸਰ ਆਏਗਾ ਆਪਸ਼ਨ ਬੀ ਜੀ। ਪਾਣੀਪਤ ਦਾ ਯੁੱਧ ਪਹਿਲੀ ਲੜਾਈ 1526 ਜਿੱਤਣ ਤੋਂ ਬਾਅਦ ਬਾਬਰ ਨੇ ਇਹ ਜਿਹੜਾ ਇੱਕ ਇੱਕ ਚਾਂਦੀ ਦਾ ਸਿੱਕਾ ਦਿੱਤਾ ਸੀ ਦਾਨ ਦੇ ਰੂਪ ਦੇ ਵਿੱਚ, ਔਰ ਇਸੇ ਕਰਕੇ ਉਸ ਨੂੰ ਜਿਹੜਾ ਕਲੰਦਰ ਯਾਨੀ ਕਿ ਦਾਨੀ ਵੀ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 103 ਹੈ ਜੀ, ਕਿਹੜੇ ਮੁਗਲ ਬਾਦਸ਼ਾਹ ਦਾ ਮਕਬਰਾ ਅਜੋਕੇ ਭਾਰਤ ਤੋਂ ਬਾਹਰ ਬਣਿਆ ਜੀ? ਬਾਬਰ, ਜਹਾਂਗੀਰ, ਬਹਾਦਰ ਸ਼ਾਹ ਜ਼ਫਰ ਜਾਂ ਇਹ ਸਾਰੇ ਜੀ? ਸਹੀ ਆਨਸਰ ਹੈ ਜੀ ਆਪਸ਼ਨ ਡੀ, ਇਹਨਾਂ ਸਾਰਿਆਂ ਦਾ ਜਿਹੜਾ ਮਕਬਰਾ ਉਹ ਭਾਰਤ ਤੋਂ ਬਾਹਰ ਹੈ ਜੀ। ਸੋ ਪਹਿਲਾਂ ਜਿਹੜਾ ਹੈ ਬਾਬਰ ਦਾ ਆਗਰਾ 'ਚ ਬਣਿਆ ਸੀ, ਫਿਰ ਇੱਥੋਂ ਕਾਬੁਲ ਲਗਾਇਆ ਗਿਆ, ਔਰ ਜਹਾਂਗੀਰ ਦਾ ਲਾਹੌਰ ਦੇ ਵਿੱਚ ਹੈ, ਔਰ ਬਹਾਦਰ ਸ਼ਾਹ ਜ਼ਫਰ ਦਾ ਜਿਹੜਾ ਉਹ ਰੰਗੂਨ ਦੇ ਵਿੱਚ ਹੈ ਜੀ। ਕੁਐਸਚਨ ਨੰਬਰ 104 ਹੈ ਜੀ, 16ਵੀਂ ਸਦੀ ਦੀ ਮੁਗਲ ਪ੍ਰਸ਼ਾਸਨਿਕ ਸ਼ਬਦਾਵਲੀ ਵਿੱਚ ਅਲਚੀ ਤੇ ਸਾਫਿਰ ਸ਼ਬਦਾਂ ਦਾ ਅਰਥ ਕੀ ਸੀ ਜੀ? ਸਹੀ ਆਨਸਰ ਹੈ ਜੀ ਆਪਸ਼ਨ ਸੀ, ਰਾਜਦੂਤ ਨੂੰ ਜਿਹੜਾ ਹੈ ਅਲਚੀ ਤੇ ਸਾਫਿਰ ਕਿਹਾ ਜਾਂਦਾ ਸੀ। ਕੁਐਸਚਨ ਨੰਬਰ 105 ਹੈ ਜੀ, ਕਿਹੜੇ ਮੁਗਲ ਬਾਦਸ਼ਾਹ ਸਮੇਂ ਮੁਗਲ ਸਾਮਰਾਜ ਕਾਬਲ ਤੋਂ ਚਟਗਾਮ ਅਤੇ ਕਸ਼ਮੀਰ ਤੋਂ ਕਾਵੇਰੀ ਨਦੀ ਤੱਕ ਫੈਲਿਆ ਹੋਇਆ ਸੀ? ਸਹੀ ਆਨਸਰ ਹੈ ਜੀ ਆਪਸ਼ਨ ਬੀ, ਔਰੰਗਜ਼ੇਬ ਦੇ ਕਾਲ ਦੇ ਵਿੱਚ ਜੀ। ਸੋ ਇਹ ਸੀ ਜੀ 105 ਬਹੁਤ ਹੀ ਇੰਪੋਰਟੈਂਟ ਕੁਐਸਚਨ। ਕਾਫੀ ਮਿਹਨਤ ਨਾਲ ਵੀਡੀਓ ਬਣਾਈ ਹੈ, ਵਧੀਆ ਲੱਗੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ, ਔਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।